ਸਤਨਾਮ ਵਾਹਿਗੁਰੂ ਸਾਹਿਬ ਜੀ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰਿ ਪੁਰਖ ਨਿਰੰਜਨਾ। ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ। ਬਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਐ। ਬਨ ਜਿਉ ਬਿਵਹਾਰ ਲਗ ਜੇਤ ਹੈ। ਜਾਤ ਹੈ ਵਿਦੇਸ ਪ੍ਰਾਨੀ। ਕਹੀਐ ਸਪੂਤ ਲਾਭ ਲਭਤ ਕੈ ਅਨੀਐ। ਜੈਸੇ ਰਣ ਦਲ ਮੈਂ ਅਕੇਲੋ ਜਾਏ। ਜੀਤ ਆਵੈ ਸੋਈ ਸੂਰੋ ਸੁਬਟ ਬਖਾਨੀਐ। ਮਾਨਸ ਜਨਮ ਪਾਏ ਚਰਨ ਸ਼ਰਨ ਗੁਰ। ਸਾਧ ਸੰਗ ਮਿਲੇ ਗੁਰਦੁਆਰ ਪਹਿਚਾਨੀਐ। ਬੇਸੁਮਾਰ ਅਥਾਹ ਅਗਨਤ ਤੋਲੇ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਅਰਜੁਨਾ ਸੁਤੀ ਕੰਤ ਸਿਓ। ਅੰਗ ਮੁੜੇ ਮੁੜ ਜਾਏ। ਜਾਏ ਪੁਛੋ ਡੋਹਾ ਗਣੀ। ਤੁਮ ਕਿਉ ਰੈਣ ਵਿਹਾਇ। ਸਾਹੁਰੈ ਢੋਈ ਨਾ ਲਹੈ। ਪਈਐ ਨਾਹੀ ਥਾਉ। ਪੇਰਵਾ ਤੜੀ ਨਾ ਪੁੱਛਈ। ਧਨ ਸੁਹਾਗਣ ਨਾਉ। ਸਾਹੁਰੈ ਪਈਐ ਕੰਤ ਕੀ। ਕੰਤ ਅਗਮ ਅਥਾਹ। ਨਾਨਕ ਸੋ ਸੁਹਾਗਣੀ। ਜੋ ਭਾਵੈ ਬੇਪਰਵਾਹ। ਨਾਤੀ ਧੋਤੀ ਸੰਭਹੀ। ਸੁੱਤੀ ਆਏ ਨਚਿੰਦ। ਫਰੀਦਾ ਰਹੀ ਸੁਬੇੜੀ ਹੈਂਗਾਂ ਦੀ। ਗਈ ਕਥੂਰੀ ਗੰਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਬਖਸ਼ਿਸ਼ ਨਿਵਾਜਿਸ਼ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਾਧ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ
ਸਤਿਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਨਾਲ ਭਗਤੀ ਰੂਪ ਅਮੋਲਕ ਯਤਨ ਕਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਮਨੁੱਖਾ ਜੀਵਨ ਦੀ ਸਭ ਤੋਂ ਨਿਰਮਲ, ਸਭ ਤੋਂ ਨਿਰਮੋਲਕ ਔਰ ਸਭ ਤੋਂ ਵੱਧ ਲਾਭਦਾਇਕ ਕਰਮਸ਼ੀਲਤਾ ਨੂੰ ਧਾਰਨ ਕਰਕੇ ਸਤਿਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਹੋ ਜੀ। ਆਪਾਂ ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਸੀ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਅੰਤਰਗਤ ਇੱਕ ਸਾਧਕ ਦਾ, ਇੱਕ ਰੱਬੀ ਮਾਰਗ 'ਤੇ ਚੱਲਣ ਵਾਲੇ ਦਾ, ਬੰਦਗੀ ਮਾਰਗ 'ਤੇ ਕਿਰਿਆਸ਼ੀਲ ਇਬਾਦਤ ਦੇ ਵਿੱਚ ਗੁਜ਼ਰ ਕੇ ਇਬਾਦਤ ਦੀ ਸਿਖਰ ਤੱਕ ਪਹੁੰਚੇ ਹੋਏ ਮਨੁੱਖ ਦਾ ਅਨੁਭਵ ਇਸਤਰੀ ਕਾਵਕ ਦੁਆਰਾ ਬਿਆਨ ਕਰਦੇ ਹਨ। ਅਵਸਥਾ ਭਗਤੀ ਦੀ ਹੈ, ਬੰਦਗੀ ਦੀ ਹੈ, ਪਰ ਉਸ ਨੂੰ ਬਿਆਨ ਸੁਹਾਗਣ ਅਤੇ ਕੰਤ ਦੇ ਰੂਪਕ ਦੁਆਰਾ ਕੀਤਾ ਜਾ ਰਿਹਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਅੱਜ ਨਾ ਸੁੱਤੀ ਕੰਤ ਸਿਉ, ਭਾਵ ਕਿ ਇੱਕ ਸੁਹਾਗਣ ਦਾ ਜਿਹੜਾ ਮਰਿਆਦਾਮਈ ਰਮਣ ਹੈ ਉਹ ਆਪਣੇ ਕੰਤ ਨਾਲ ਹੈ। ਅਗਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦਾ ਅਨੁਭਵ ਹੈ ਕਿ ਅੱਜ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਦੇ ਗ੍ਰਸਥ ਅਰਥਾਂ ਦੀ ਪੂਰਤੀ ਹਿੱਤ ਜਿਨ੍ਹਾਂ ਨੇ ਕੰਤ ਨਾਲ ਰਮਣ ਨਹੀਂ ਕਰ ਸਕੇ, ਉਹਨਾਂ ਦੀ ਹਾਲਤ ਐਸੀ ਹੈ ਕਿ ਉਹ ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ, ਆਪਣੇ ਖਿਆਲ ਨੂੰ, ਆਪਣੇ ਅਹਿਸਾਸ ਨੂੰ ਬੜਾ ਚੂਰ ਚੂਰ ਹੋਇਆ ਮਹਿਸੂਸ ਕਰਦੇ ਹਨ। ਭਾਵ ਕਿ ਉਹਦੇ ਅੰਦਰ ਕੋਈ ਉਤਸ਼ਾਹ ਨਹੀਂ ਹੈ, ਉਹਦੇ ਅੰਦਰ ਕੋਈ ਉਮੰਗ ਆਦਿਕ ਨਹੀਂ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਇਹ ਸਾਡਾ ਅਨੁਭਵ ਹੈ, ਜਾਂ ਇੱਕ ਸੁਹਾਗਣ ਦਾ ਅਨੁਭਵ ਹੈ ਕਿ ਇੱਕ ਦਿਨ ਮਰਿਆਦਾਮਈ ਨੇਮ ਦੇ ਵਿੱਚ ਨਾ ਰਹਿ ਕੇ ਜਦ ਆਪਣੇ ਕੰਤ ਦੇ ਨਾਲ ਰਮਣ ਨਹੀਂ ਕੀਤਾ, ਉਹਦੀ ਯਾਦ ਰੂਪ ਦੇ ਵਿੱਚ ਵਿਲੀਨ ਨਹੀਂ ਹੋਏ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਦਿਨ ਦੀ ਹਾਲਤ ਐਸੀ ਹੈ। ਪਰ ਜਾਣਨ ਦਾ ਅਨੁਭਵ ਇਹ ਵੀ ਹੈ, ਜਾਏ ਪੁੱਛੋ ਡੋਹਾਗਣੀ, ਸੁਹਾਗਣ ਦੇ ਕੋਲ ਕੰਤ ਮੌਜੂਦ ਹੈ, ਉਹ ਆਪਣੇ ਕਿਸੇ ਕਾਰਨ ਕਰਕੇ, ਆਪਣੀ ਕਿਸੇ ਅਯੋਗਤਾ ਕਰਕੇ ਉਸ ਤੋਂ ਦੂਰ ਚਲੀ ਗਈ ਹੈ। ਪਰ ਡੋਹਾਗਣੀ ਜਿਹਨੇ ਅਜੇ ਕੰਤ ਦਾ ਲੜ ਹੀ ਨਹੀਂ ਪਕੜਿਆ, ਜਾਂ ਜਿਹਨੂੰ ਕੰਤ ਦੀ ਸੋਝੀ ਨਹੀਂ, ਜਾਂ ਜਿਹੜੀ ਮਰਿਆਦਾ ਦੀ ਪਵਿੱਤਰਤਾ ਦੇ ਵਿੱਚ ਪੈ ਕੇ ਸੁੰਦਰ ਢੰਗ ਦੇ ਨਾਲ ਸਮਰਪਣ ਕਰਨਾ ਹੀ ਨਹੀਂ ਜਾਣਦੀ, ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਤਾਂ ਇੱਕ ਦਿਨ ਬਤੀਤ ਹੋਣਾ ਮੁਸ਼ਕਿਲ ਹੋਇਆ ਹੈ, ਅਤੇ ਉਹਨਾਂ ਦਾ ਸਾਰਾ ਜੀਵਨ, ਜਿਨ੍ਹਾਂ ਦੇ ਕਦਮ ਕਦੇ ਬੰਦਗੀ ਮਾਰਗ ਵੱਲ ਚੱਲਦੇ ਨਹੀਂ, ਜਿਹੜੇ ਕਦੇ ਸ਼ਬਰ ਸ਼ੁਕਰ ਰਜਾ ਦੇ ਵਿੱਚ ਪੈ ਕੇ ਭਾਣੇ ਦਾ ਅਭਿਆਸ ਕਰਦੇ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਇਬਾਦਤ ਦੀ ਕਿਆਰੀ ਲੱਗਦੀ ਨਹੀਂ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਮੁਰਸ਼ਦ ਦੇ ਦਰਸ਼ਨਾਂ ਦੀ ਪਿਆਸ ਜਾਗਦੀ ਨਹੀਂ, ਜਿਨ੍ਹਾਂ ਦਾ ਮਸਤਕ ਆਪਣੇ ਅਕਾਲ ਪੁਰਖ ਸਿਰਜਣਹਾਰ ਦੇ ਮੁਬਾਰਕ ਚਰਨਾਂ 'ਤੇ ਨਤਮਸਤਕ ਹੋਣ ਲਈ ਉਤਾਵਲਾ ਹੀ ਨਹੀਂ ਹੁੰਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪੁੱਛਣਾ ਚਾਹੁੰਦੇ ਹਾਂ ਜਾਂ ਜਾਣਨਾ ਚਾਹੁੰਦੇ ਹਾਂ ਕਿ ਉਹਨਾਂ ਦਾ ਜੀਵਨ ਕਿਵੇਂ ਬਤੀਤ ਹੁੰਦਾ। ਸਾਡੇ ਲਈ ਇੱਕ ਦਿਨ ਮੁਸ਼ਕਿਲ ਹੈ, ਅਤੇ ਜਿਨ੍ਹਾਂ ਦਾ ਸਮੁੱਚਾ ਜੀਵਨ ਹੀ ਆਪਣੇ ਮੁਰਸ਼ਦ ਦੇ, ਆਪਣੇ ਪਿਆਰੇ ਦੇ ਚਰਨਾਂ ਨਾਲ ਨਹੀਂ ਜੁੜਿਆ, ਉਹਨਾਂ ਦਾ ਜੀਵਨ ਕੈਸਾ ਹੋਏਗਾ। ਜ਼ਿਕਰ ਕਰਦੇ ਹਨ, ਅੱਜ ਨਾ ਸੁੱਤੀ ਕੰਤ ਸਿਉ। ਇੱਕ ਨੁਕਤਾ ਆਪਦੇ ਸਨਮੁਖ ਖਰਚ ਕਰਦਿਆਂ, ਜਦ ਪਾਵਨ ਪਵਿੱਤਰ ਬਾਣੀ ਦਾ ਪ੍ਰਵਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਕਿਤ ਕੀਤਾ ਹੈ, ਚਾਹੇ ਆਪ ਜੀ ਭਗਤ ਸਾਹਿਬਾਨਾਂ ਦੀ ਰਚਨਾ ਪੜ੍ਹੋ, ਗੁਰੂ ਸਾਹਿਬਾਨਾਂ ਦੀ, ਗੁਰਸਿੱਖਾਂ ਦੀ, ਚਾਹੇ ਭੱਟ ਸਾਹਿਬਾਨਾਂ ਦੀ, ਉਹਦੇ ਵਿੱਚ ਆਪ ਜੀ ਨੂੰ ਇੱਕ ਚੀਜ਼ ਸਮਾਨ ਅੰਤਰ ਮਿਲੇਗੀ ਕਿ ਜਿੱਥੇ ਕਿ ਕਿਤੇ ਵੀ ਕੋਈ ਅਨੁਭਵ ਪ੍ਰਗਟ ਕਰਨਾ ਸੀ, ਉੱਥੇ ਆਪਣੇ ਆਪ ਨੂੰ ਇਸਤਰੀ ਰੂਪ ਦੇ ਵਿੱਚ ਰੱਖ ਕੇ ਅਤੇ ਪਰਮੇਸ਼ਰ ਨੂੰ ਪਤੀ ਅਕਾਲ ਪੁਰਖ ਰੂਪ ਦੇ ਵਿੱਚ ਰੱਖ ਕੇ ਜਿਹੜਾ ਹੈ ਸੰਬੋਧਿਤ ਕੀਤਾ ਗਿਆ ਹੈ।
ਇਸ ਕਰਕੇ ਇਹ ਵੀ ਇਸ ਤਰ੍ਹਾਂ ਦਾ ਅਨੁਭਵ ਵੀ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ ਆਇਆ ਹੈ। ਜਿਵੇਂ ਆਪ ਜੀ ਬਾਣੀ ਦੇ ਵਿੱਚ ਬੇਅੰਤ ਐਸੇ ਵਾਕ ਪੜ੍ਹਦੇ ਹੋ, ਤਾਂ ਗੁਰੂ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉ। ਹੁਣ ਇਹਦੇ ਅਧਿਆਤਮਿਕ ਭਾਵ ਆਪ ਜੀ ਦੇ ਸਨਮੁਖ ਅਰਜ ਕਰਨ ਦਾ ਯਤਨ ਕਰਾਂ। ਹੁਣ ਬਾਬਾ ਫਰੀਦ ਸਾਹਿਬ ਜੀ ਦੇ ਸ਼ਬਦ ਕਹੇ ਹਨ ਅੱਜ ਸ਼ਬਦ ਜਦ ਵਰਤਿਆ ਹੈ, ਅਤੇ ਅੱਜ ਦਾ ਭਾਵ ਹੈ ਕਿਸੇ ਇੱਕ ਦਿਨ ਦੀ, ਕਿਸੇ ਇੱਕ ਖਾਸ ਸਮੇਂ ਦੀ ਗੱਲ ਕਰ ਰਹੇ ਹਨ, ਟੋਟਲ ਦੀ ਗੱਲ ਨਹੀਂ ਕਰ ਰਹੇ। ਅੱਜ ਦਾ ਮਤਲਬ ਹੈ ਕਿ ਜਿਹੜਾ ਪਕੜ ਵਿੱਚ ਹੈ, ਜਿਵੇਂ ਕੱਲ੍ਹ ਕੀ ਵਾਪਰੇਗਾ, ਕਿਵੇਂ ਹੋਵੇਗਾ, ਕਿਸ ਤਰ੍ਹਾਂ ਨਹੀਂ ਹੋਵੇਗਾ, ਇਸ ਦੀ ਚਰਚਾ ਕਰਨੀ, ਇਸ ਦੀ ਚਿੰਤਾ ਕਰਨੀ ਫਜ਼ੂਲ ਹੈ। ਵਰਤਮਾਨ ਸਮੇਂ ਦੇ ਵਿੱਚ ਜੋ ਕਰਮ ਕਰ ਰਹੇ ਹਾਂ ਜਾਂ ਜੋ ਕਰਮ ਕਰਨ ਦਾ ਸਾਡੇ ਕੋਲੋਂ ਇੱਕ ਦੁਰਲੱਭ ਅਵਸਰ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਤੇਰੇ ਕੋਲ ਇਹਨੂੰ ਕੋਈ ਬੜੇ ਢੰਗਾਂ ਤੋਂ ਵਾਚਿਆ ਜਾ ਸਕਦਾ। ਅੱਜ ਦਾ ਭਾਵ ਕਿ ਤੇਰੇ ਕੋਲੋਂ ਸਭ ਤੋਂ ਪਹਿਲਾਂ ਮਨੁੱਖਾ ਜੀਵਨ ਹੈ, ਤੇਰੇ ਕੋਲੋਂ ਭਾਸ਼ਾ ਹੈ, ਤੇਰੇ ਕੋਲੋਂ ਗੁਰੂਦੁਆਰ ਚੱਲ ਕੇ ਜੁੜ ਕੇ ਬੈਠਣ ਦਾ, ਗਿਆਨ ਦੀ ਰਹਿਮਤ ਨੂੰ ਮੰਨਣ ਦਾ ਤੇਰੇ ਅੰਦਰ ਹੀਆ ਹੈ। ਤਾਂ ਕਹਿੰਦੇ ਅੱਜ ਇਸ ਗੱਲ ਦਾ ਪ੍ਰਯੋਗ ਨਹੀਂ ਕਰ ਰਿਹਾ, ਤਾਂ ਜੇ ਇਹ ਅੱਜ ਵਿਅਰਥ ਚਲਿਆ ਗਿਆ, ਉਸ ਤੋਂ ਬਾਅਦ ਆਖਦੇ ਨੇ ਅੱਜ ਦਾ ਪ੍ਰਯੋਗ ਜੋ ਜੀਵਨ ਦੀਆਂ 3 ਅਵਸਥਾਵਾਂ ਨੇ, ਜੋਬਨ ਵੀ ਚਲਾ ਗਿਆ, ਬਚਪਨ ਵੀ ਚਲਾ ਗਿਆ, ਬ੍ਰਿਧ ਅਵਸਥਾ ਵੀ ਇੰਝ ਹੀ ਟਲ ਗਈ, ਫਿਰ ਅੱਜ ਦਾ ਪ੍ਰਯੋਗ ਕਦੋਂ ਕੀਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਨਾਂ ਦਾ ਪ੍ਰਯੋਗ ਕਰਨ ਦਾ ਭਾਵ ਇਹ ਹੈ ਕਿ ਮਨੁੱਖ ਨੇ ਕਦੇ ਹੀ ਆਪਣੇ ਜੀਵਨ ਦੀ ਅਮੋਲਕਤਾ ਨੂੰ ਨਹੀਂ ਜਾਣਿਆ। ਜੀਵਨ ਦੇ ਬਾਕੀ ਕੰਮਾਂ ਨੂੰ ਦੇਰੀ 'ਤੇ ਨਹੀਂ ਪਾਉਂਦਾ, ਪਰ ਆਪਣੇ ਅਕਾਲ ਪੁਰਖ ਸਿਰਜਣਹਾਰ ਦੇ ਦੱਸੇ ਹੋਏ ਮਾਰਗ 'ਤੇ ਜਾਂ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਿੱਚ ਦੇਰੀ ਕਰ ਦਿੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉ। ਹੁਣ ਸੁੱਤੀ ਨਾ ਕੰਤ ਸਿਉ ਦਾ ਭਾਵ ਅਧਿਆਤਮਿਕ ਇਹ ਹੈ ਕਿ ਸਾਡੇ ਜੀਵਨ ਦੇ ਵਿੱਚ ਅੰਦਰੂਨੀ ਤਲ 'ਤੇ 2 ਤਰ੍ਹਾਂ ਦਾ ਜੀਵਨ ਹੈ। ਅੰਦਰੂਨੀ ਤਲ 'ਤੇ 2 ਤਰ੍ਹਾਂ ਦਾ ਜੀਵਨ ਹੈ। ਬਾਣੀ ਵਿੱਚ ਆਪ ਜੀ ਵਾਕ ਪੜ੍ਹੋਗੇ ਬਹੁਤ ਜਗ੍ਹਾ ਐਸਾ ਜ਼ਿਕਰ ਮਿਲੇਗਾ ਕਿ ਸਰੀਰ ਨੂੰ ਇਸਤਰੀ ਕਿਹਾ ਗਿਆ ਹੈ ਅਤੇ ਆਤਮਾ ਨੂੰ ਕੰਤ ਕਿਹਾ ਗਿਆ, ਪਤੀ ਕਿਹਾ ਗਿਆ ਹੈ। ਭਾਵ ਕਿ ਆਤਮਾ ਕਰਕੇ ਸਰੀਰ ਬਣਦਾ ਹੈ, ਅਤੇ ਜਦੋਂ ਆਤਮਾ ਰੁਖਸਤ ਹੋ ਜਾਂਦੀ ਹੈ ਅਤੇ ਉਵੇਂ ਹੀ ਇਹ ਜਿਹੜਾ ਸਰੀਰ ਹੈ ਇਹ ਨਿਮਾਣਾ ਰਹਿ ਜਾਂਦਾ ਹੈ। ਇਸ ਕਰਕੇ ਜਿਵੇਂ ਦੁਨਿਆਵੀ ਤਲ 'ਤੇ ਕਿਸੇ ਦੁਰਭਾਗਵਸ ਪਤੀ ਦਾ ਜਿਹੜਾ ਸਾਥ ਹੈ ਛੁੱਟ ਜਾਏ ਤਾਂ ਉਹਦਾ ਜੀਵਨ ਜਿਹੜਾ ਹੈ ਨਿਮਾਣਾ ਨਤਾਣਾ ਮੁਸ਼ਕਲਾਂ ਭਰਿਆ ਹੋ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਅੱਜ ਨਾ ਸੁੱਤੀ ਕੰਤ ਸਿਉ। ਜਿਹੜਾ ਮਾਲਕ ਦਾ ਜੋਤ ਸਰੂਪ ਹੈ ਆਤਮ, ਜਿਸ ਆਤਮ ਦਾ ਜੀਵਨ ਜਿਵੇਂ ਆਤਮ ਦਾ ਜੀਵਨ ਕੀ ਹੈ, ਜਿਹਦੇ ਵਿੱਚ ਸਿਮਰਨ ਹੈ। ਆਤਮ ਦਾ ਜੀਵਨ ਹੈ ਜਿਹਦੇ ਤੋਂ ਉਤਪਤ ਹੋਏ ਹਾਂ ਉਹਨੂੰ ਯਾਦ ਕਰਨਾ। ਆਤਮ ਦਾ ਜੀਵਨ ਹੈ ਕਿ ਸਰੀਰ ਅਤੇ ਮਨ ਦੀ ਕੈਦ ਤੋਂ ਮੁਕਤ ਹੋ ਕੇ ਨਿਰੋਲ ਜਿਹੜਾ ਬੰਦਗੀ ਸਰੂਪ ਹੈ ਉਹਦੇ ਵਿੱਚ ਵਿਭਿੰਨ ਹੋ ਜਾਣਾ, ਪੂਰਨ ਸਮਰਪਣ ਕਰ ਦੇਣਾ ਆਤਮ ਦਾ ਜੀਵਨ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਆਤਮ ਦੇ ਜੀਵਨ ਅਨੁਸਾਰ ਕਰਮ ਨਹੀਂ ਕਰ ਸਕੇ, ਭਾਵ ਕਿ ਮਨ ਦੇ ਤਲ 'ਤੇ ਭਰਮਦੇ ਰਹੇ। ਇਸ ਕਰਕੇ ਨਾ ਸਿਮਰਨ ਅਭਿਆਸ ਵਿੱਚ ਜੁੜੇ, ਨਾ ਕਿਸੇ ਗਿਆਨ ਮਜਲਿਸ ਦੇ ਵਿੱਚ ਉੱਤਮ ਪੁਰਖਾਂ ਦੀ ਸੰਗਤ ਵਿੱਚ ਜਾ ਕੇ ਬੈਠੇ, ਨਾ ਹੀ ਕੋਈ ਇਸ ਤਰ੍ਹਾਂ ਦਾ ਅਭਿਆਸ ਕੀਤਾ ਜਿਹੜਾ ਸਾਨੂੰ ਸਾਡੇ ਜੀਵਨ ਦੀ ਉਚਾਈ ਵੱਲ ਲਿਜਾ ਸਕੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਕਰਕੇ ਉਹ ਆਤਮਿਕ ਕਰਮ ਨਾ ਕਰਨ ਕਰਕੇ ਜਿਹੜਾ ਸਰੀਰ ਰੂਪ ਪਤਨੀ ਹੈ ਅੰਗ ਮੁੜੇ ਮੁੜ ਜਾਏ, ਉਹ ਜੀਵਨ ਦੀ ਹਾਲਤ ਬੁਰੀ ਹੋ ਰਹੀ ਹੈ। ਬੜਾ ਤੀਖਣ ਅਨੁਭਵ ਹੈ, ਸਮਝਣ ਦੇ ਵਿੱਚ ਜਾਂ ਬਿਆਨ ਕਰਨ ਦੇ ਵਿੱਚ ਬੜਾ ਫਰਕ ਰਹਿ ਸਕਦਾ ਹੈ। ਬਾਤ ਇਤਨੀ ਹੈ ਕਿ ਜਿਨ੍ਹਾਂ ਨੇ ਕਿਸੇ ਨੂੰ ਕਿਸੇ ਅਨੁਭਵ ਦੇ ਨਾਲ ਜੋੜਿਆ ਹੈ, ਕੁਦਰਤੀ ਇੱਕ ਅਮਲੀ ਦਾ ਅਨੁਭਵ ਹੈ। ਗੁਰਬਾਣੀ 'ਚ ਆਉਂਦਾ ਬੜੇ ਥਾਂ ਅਮਲੀ ਦੇ ਜਦ ਉਹਨੂੰ ਆਪਣੇ ਅੰਤਰ ਹਿੱਸਿਆਂ ਦੇ ਵਿੱਚ ਨਸ਼ੀਲੇ ਪਦਾਰਥ ਦੀ ਤੋਟ ਕੁਝ ਸਮੇਂ ਲਈ ਮਹਿਸੂਸ ਹੁੰਦੀ ਹੈ ਤਾਂ ਉਸ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ। ਉਹ ਚੋਰੀ ਕਰਨ 'ਤੇ ਵੀ ਜਾਂਦਾ ਹੈ, ਅਪਰਾਧ ਕਰਨ 'ਤੇ ਵੀ ਜਾਂਦਾ ਹੈ, ਆਪਣਿਆਂ ਦਾ ਅਪਹਰਣ ਕਰਨ 'ਤੇ ਵੀ ਜਾਂਦਾ, ਇੱਜ਼ਤ ਸਨਮਾਨ ਨੂੰ ਚੋਟ ਪਹੁੰਚਾਉਣ ਤੱਕ ਵੀ ਜਾਂਦਾ ਹੈ। ਨਜਾਇਜ਼ ਢੰਗ ਦੇ ਨਾਲ ਆਪਣੇ ਹਿੱਤ ਦੀ ਪੂਰਤੀ ਵੀ ਕਰਨੀ ਚਾਹੁੰਦਾ ਹੈ। ਗੱਲ ਕੀ ਹੈ, ਹੁਣ ਸਾਨੂੰ ਲੱਗੇਗਾ ਕਿ ਇਹਦੇ ਸਾਰੇ ਕਰਮ ਗਲਤ ਨੇ, ਪਰ ਇੱਕ ਨੁਕਤੇ ਤੋਂ ਉਹਦੇ ਕਰਮ ਵਾਚਣੇ ਚਾਹੀਦੇ ਨੇ ਕਿ ਐਸੀ ਕਿਹੜੀ ਤੋਟ ਹੈ ਜਿਹਨੂੰ ਪੂਰੀ ਕੀਤੇ ਬਿਨਾਂ ਇਹਨੂੰ ਲੱਗਦਾ ਹੀ ਨਹੀਂ ਕਿ ਮੇਰਾ ਜੀਵਨ ਬਚੇਗਾ। ਗੁਰਬਾਣੀ 'ਚ ਇਸ ਤਰ੍ਹਾਂ ਦੇ ਅਨੁਭਵ ਆਏ ਨੇ।
ਤਾਂ ਹੁਣ ਕੁਦਰਤੀ ਹੈ, ਇਹ ਇੱਕ ਇਸਤਰੀ ਕੋਲ ਅਨੁਭਵ ਹੈ ਕਿ ਜਿਹੜੀ ਕੰਤ ਦੇ ਨੇਹ ਵਿੱਚ ਹੈ, ਕੰਤ ਦੇ ਨਾਲ ਗ੍ਰਸਤਮਈ ਪਵਿੱਤਰ ਮਰਿਆਦਾ ਦੇ ਵਿੱਚ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਝ ਹੀ ਬੰਦਗੀ ਮਾਰਗ 'ਤੇ ਚੱਲਣ ਵਾਲੇ ਹਨ, ਜਿਨ੍ਹਾਂ ਨੇ ਨੇਤਰਾਂ ਨੂੰ ਵਾਸਨਾ ਤੋਂ ਬਚਾ ਕੇ ਪਵਿੱਤਰ ਰੱਖਿਆ ਹੈ, ਜਿਨ੍ਹਾਂ ਨੇ ਆਪਣੇ ਸ਼ਰਵਣ ਨੂੰ ਨਿੰਦਿਆ ਦੀ ਮੈਲ ਤੋਂ ਬਚਾ ਕੇ ਪਵਿੱਤਰ ਰੱਖਿਆ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਵਿਕਾਰਾਂ ਦਾ ਡੇਰਾ ਨਹੀਂ ਲੱਗਣ ਦਿੱਤਾ, ਜਿਨ੍ਹਾਂ ਦੇ ਕਦਮ ਕਦੇ ਮਾੜੇ ਤਰਫ ਚੱਲ ਕੇ ਨਹੀਂ ਗਏ, ਜਿਨ੍ਹਾਂ ਦੀ ਚਮੜੀ ਨੇ ਕਦੇ ਗੰਦਾ ਸਪਰਸ਼ ਨਹੀਂ ਕੀਤਾ, ਜਿਨ੍ਹਾਂ ਦਾ ਮਸਤਕ ਸਦਾ ਗੁਰੂ ਚਰਨਾਂ 'ਤੇ ਝੁਕਿਆ ਹੈ। ਇਹ ਇਕੱਲੇ ਇਹਨਾਂ ਦੇ ਕਰਮ ਨਹੀਂ ਹਨ। ਜਿਵੇਂ ਅਸੀਂ ਧਾਰਮਿਕ ਬੰਦਿਆਂ ਦੇ ਕਰਮ ਦੇਖਦੇ ਹਾਂ ਕਿ ਗੁਰੂਦੁਆਰ ਬੈਠੇ ਹੁੰਦੇ ਨੇ, ਗੁਰੂਦੁਆਰੀ ਸੇਵਾ ਕਰਦੇ ਨੇ, ਗੁਰੂਦੁਆਰੀ ਇਹਨਾਂ ਦੇ ਜੀਵਨ ਦਾ ਬੜਾ ਹਿੱਸਾ ਬਤੀਤ ਹੁੰਦਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਕੱਲੇ ਕਰਮ ਨਹੀਂ ਹਨ, ਇਹਨਾਂ ਕਰਮਾਂ ਨੇ ਇਹਨਾਂ ਦੇ ਅੰਦਰ ਦੀ ਇੱਕ ਅਵਸਥਾ ਵੀ ਬਣਾਈ ਹੈ। ਅਤੇ ਉਹ ਅਵਸਥਾ ਕੀ ਹੈ ਕਿ ਇਹ ਇੱਕ ਦਿਨ ਵੀ ਇਹਦੇ ਤੋਂ ਪਰਾਂ ਨਹੀਂ ਜਿਉ ਸਕਦੇ। ਹੁਣ ਕੁਦਰਤੀ ਹੈ ਕਿ ਜਦੋਂ ਬੱਚਾ ਪਾਠਸ਼ਾਲਾ 'ਚ ਦਾਖਲ ਹੁੰਦਾ ਕੋਈ ਗਿਆਨ ਨਹੀਂ ਹੁੰਦਾ, ਪਰ ਜਿੱਦਣ ਉਹਦਾ ਵਿੱਦਿਆ ਦੇ ਨਾਲ ਸਨੇਹ ਬਣ ਜਾਂਦਾ ਹੈ ਫਿਰ ਉਹਨੂੰ ਪਾਠਸ਼ਾਲਾ ਆਪਣਾ ਜੀਵਨ ਲੱਗਦੀ ਹੈ। ਜਿਵੇਂ ਅਮਲੀ ਨੂੰ ਨਸ਼ਾ ਆਪਣਾ ਜੀਵਨ ਲੱਗਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਬੰਦਗੀ ਮਾਰਗ 'ਤੇ ਚੱਲਣ ਵਾਲੇ ਹਨ ਉਹਨਾਂ ਨੂੰ ਵੀ ਪ੍ਰਭੂ ਦੀ ਯਾਦ ਵਿੱਚ ਲੀਨ ਰਹਿਣਾ ਹੀ ਆਪਣਾ ਜੀਵਨ ਲੱਗਦਾ ਹੈ। ਤਾਂ ਕਰਕੇ ਬਾਣੀ ਵਿੱਚ ਆਉਂਦਾ ਆਖਾਂ ਜੀਵਾਂ ਵਿਸਰੈ ਮਰ ਜਾਓ। ਜਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਾਕ ਹਨ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਖੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਜਾਂ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਇੱਕ ਪਲ ਖਿਨ ਵਿਸਰੇ ਤੂੰ ਸੁਆਮੀ, ਜਾਣੋ ਬਰਸ 85। ਜਾਂ ਬਾਣੀ ਵਿੱਚ ਵਾਕ ਹਨ, ਏਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਪਲ ਨਾ ਰਹੋ ਕੈਸੇ ਮਿਲੋ ਪਿਆਰੇ। ਉਸ ਦੇ ਅੰਤਰਗਤ ਜ਼ਿਕਰ ਆਉਂਦਾ ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਅੰਗ ਮੁੜੇ ਮੁੜ ਜਾਏ। ਹੁਣ ਜੀਵਨ ਦੇ ਵਿੱਚ ਇਹ ਬੜੀ ਸਿਖਰ ਦੀਆਂ ਹਨ, ਬੜੇ ਸਿਖਰ ਦੀਆਂ ਅਵਸਥਾਵਾਂ ਹਨ ਕਿ ਇਹਦੇ ਤੋਂ ਇੱਕ ਭਾਵ ਇਹ ਵੀ ਬਣਦਾ ਹੈ ਕਿ ਇਹ ਉਸ ਅਵਸਥਾ ਬੰਦੇ ਦੀ ਅਵਸਥਾ ਦਾ ਜ਼ਿਕਰ ਹੈ ਜਿਹੜਾ ਪੂਰਨ ਤੌਰ 'ਤੇ ਰੱਬੀ ਯਾਦ ਵਿੱਚ ਜੁੜਿਆ ਹੈ। ਜਿਹਨੇ ਕਦੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਕਰਮ ਨਹੀਂ ਕੀਤਾ, ਜਿਹਨੇ ਕਦੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਭ੍ਰਮਣ ਦੇ ਵਿੱਚ ਨਹੀਂ ਪਿਆ, ਅਤੇ ਉਹਦੇ ਜੀਵਨ ਦਾ ਜਿਹੜਾ ਪੱਖ ਵਿਪੱਖ ਹੈ ਉਹ ਦੂਸਰੀ ਤਰਫ ਜੁੜਿਆ ਹੋਵੇ। ਇਹ ਅਨੁਭਵ ਹੈ, ਇਹ ਅਨੁਭਵ ਸਾਨੂੰ ਜਿਵੇਂ ਇੱਕ ਸੁਹਾਗਣ ਨੂੰ ਹੀ ਅਨੁਭਵ ਹੈ ਕੰਤ ਦੇ ਪ੍ਰਭਾਵ ਦਾ, ਕੰਤ ਦੀ ਸਮਰੱਥਾ ਦਾ। ਦੂਜੀ ਉਹਦੀ ਬਾਤ ਕਰ ਸਕਦੀ ਹੈ, ਉਹਦੇ ਬਾਰੇ ਬਰੀਕੀ ਨਾਲ ਬਿਆਨ ਕਰ ਸਕਦੀ ਹੈ, ਪਰ ਉਹਦਾ ਅਨੁਭਵ ਕੀ ਹੈ ਇਹ ਨਹੀਂ ਸਾਨੂੰ ਪਤਾ ਲੱਗੇਗਾ। ਇੰਝ ਹੀ ਜਿਹੜਾ ਰੱਬੀ ਸਿਮਰਨ ਦੇ ਅਭਿਆਸ ਵਿੱਚ ਪਿਆ ਹੋਇਆ ਹੈ, ਉਹਦੇ ਜੀਵਨ 'ਤੇ ਜਦ ਉਹਦਾ ਆਪਣੇ ਸਤਿਗੁਰੂ ਦੇ ਚਰਨਾਂ ਦੀ ਹਜ਼ੂਰੀ ਤੋਂ ਕਿਸੇ ਕਾਰਨ ਕੋਈ ਅੰਤਰਾਲ ਪੈ ਜਾਂਦਾ ਹੈ, ਉਹਦੀ ਅੰਤਰੀਵ ਅਵਸਥਾ ਕਿਵੇਂ ਦੀ ਹੁੰਦੀ ਹੈ ਇਹ ਅਨੁਭਵ ਉਹੀ ਬਿਆਨ ਕਰ ਸਕਦੇ ਹਨ। ਜਿਵੇਂ ਬੀਬੀ ਰਾਬੀਆ ਅਲ ਬਸਰੀ ਦੇ ਜੀਵਨ ਵਿੱਚ ਇੱਕ ਬੜੀ ਕਮਾਲ ਦੀ ਘਟਨਾ ਹੁੰਦੀ ਹੈ, ਉਹ ਇਸ ਤਰ੍ਹਾਂ ਦਾ ਅਨੁਭਵ ਬਿਆਨ ਕਰਦੀ ਹੈ। ਕਈ ਦਿਨ ਬੀਬੀ ਰਾਬੀਆ ਅਲ ਬਸਰੀ ਨੇ ਭੋਜਨ ਨਾ ਕੀਤਾ, ਪਾਣੀ ਤੱਕ ਵੀ ਗ੍ਰਹਿਣ ਨਾ ਕੀਤਾ। ਕੁਦਰਤੀ ਹਸਨ ਅਲ ਬਸਰੀ 20-25 ਦਿਨਾਂ ਬਾਅਦ ਉਹਨਾਂ ਨੂੰ ਮਿਲਣ ਆਏ। ਤਾਂ ਬੀਬੀ ਰਾਬੀਆ ਦਾ ਚਿਹਰਾ ਦੇਖ ਕੇ, ਸਰੀਰ ਦੀ ਹਾਲਤ ਦੇਖ ਕੇ ਕਹਿਣ ਲੱਗੇ ਕਿ ਤੁਹਾਨੂੰ ਤਾਂ ਇਉਂ ਪ੍ਰਤੀਤ ਹੁੰਦਾ ਦੇਖ ਕੇ ਜਿਵੇਂ ਕੋਹਾ ਹੋਵੇ ਕਿਸੇ ਨੇ। ਕੋਹੇ ਦਾ ਮਤਲਬ ਸਮਝਦੇ ਹੋ ਆਪ ਜੀ? ਕੋਹੇ ਦਾ ਭਾਵ ਇਹ ਹੁੰਦਾ ਹੈ ਕਿ ਜਿਵੇਂ ਜਾਨਵਰ ਕੱਟਦੇ ਨੇ ਕੋਈ ਮਾਸ ਆਦਿ ਖਾਣ ਦੇ ਲਈ, ਤਾਂ ਉਹਦੇ ਸਰੀਰ ਦੇ ਵਿੱਚ ਕਈ ਹਿੱਸਿਆਂ ਵਿੱਚ ਸੀਖਾਂ ਚੁਬਾ ਦਿੰਦੇ ਨੇ ਅਤੇ ਬਾਅਦ 'ਚ ਇੱਕ ਇੱਕ ਬੋਟੀ ਉਹਦੇ ਤੋਂ ਜੁਦਾ ਕਰਦੇ। ਉਹ ਕਹਿਣ ਲੱਗਾ ਤੇ ਇਸ ਤਰ੍ਹਾਂ ਲੱਗਦਾ ਕੋਹਾ ਹੈ ਪਰ ਤੁਸੀਂ ਕਿਤੇ ਜਾਂਦੇ ਨਹੀਂ, ਕੋਈ ਤੁਹਾਡੇ ਕੋਲ ਆਉਂਦਾ ਨਹੀਂ, ਇਹ ਹਾਲਤ ਕਿਵੇਂ, ਇਹਦਾ ਕਾਰਨ ਕੀ, ਇਹਦਾ ਪ੍ਰਭਾਵ ਕੀ? ਤਾਂ ਬੀਬੀ ਰਾਬੀਆ ਅਲ ਬਸਰੀ ਨੇ ਬੜਾ ਕਮਾਲ ਦਾ ਜਵਾਬ ਦਿੱਤਾ। ਕਹਿਣ ਲੱਗੇ ਹਸਨ, ਦੁਨੀਆ ਦੇ ਵਿੱਚ ਵੀ ਇਹ ਹਾਲਤਾਂ ਮਿਲਦੀਆਂ ਨੇ ਪਰ ਮੇਰੇ 'ਤੇ ਦੋਹਰੀਆਂ ਵਾਪਰ ਰਹੀਆਂ ਨੇ। ਕਹਿੰਦੇ ਕੀ? ਕਹਿੰਦੇ ਸਾਰੇ ਦੁਨੀਆ ਦੇ ਝਮੇਲੇ ਛੱਡ ਕੇ ਰੱਬੀ ਯਾਦ, ਇਲਾਹੀ ਯਾਦ ਵਿੱਚ ਜੁੜਨ ਦਾ ਯਤਨ ਕਰ ਰਹੇ ਹਾਂ, ਪਰ ਜੀਵਨ ਦਾ ਕੋਈ ਐਸਾ ਕਰਮ ਪਿਛਲੇ ਦਿਨਾਂ ਵਿੱਚ ਅੱਗੇ ਆਇਆ ਕਿ ਪੂਰੀ ਤਰ੍ਹਾਂ ਇਕਾਗਰਤਾ ਨਹੀਂ ਬਣਨ ਦੇ ਰਿਹਾ। ਉਹਨਾਂ ਸ਼ਬਦ ਵਰਤਿਆ ਕਿ ਮੇਰੀ ਪੂਰੀ ਤਰ੍ਹਾਂ ਤਾਰ ਨਹੀਂ ਜੁੜ ਰਹੀ। ਆਪਣੇ ਵੱਲੋਂ ਪੂਰਾ ਯਤਨ ਹੈ, ਦੁਨੀਆ ਨੂੰ ਛੱਡਿਆ ਹੋਇਆ, ਪਦਾਰਥਾਂ ਦਾ ਮੋਹ ਛੱਡਿਆ ਹੋਇਆ, ਆਪਣੇ ਆਪ ਨੂੰ ਕਲਤਾ ਵਿੱਚ ਪਾਇਆ ਤਾਂ ਕਿ ਬੰਦਗੀ ਮਾਰਗ 'ਚ ਕੋਈ ਰੁਕਾਵਟ ਨਾ ਆਵੇ। ਪਰ ਹੁਣ ਬੰਦਗੀ ਮਾਰਗ 'ਤੇ ਜਦੋਂ ਇਬਾਦਤ ਵਿੱਚ ਬੈਠਦੀ ਹਾਂ, ਇਹ ਜਿਹੜਾ ਨਫਸ ਹੈ, ਵਿਗੜਿਆ ਹੋਇਆ ਮਨ ਹੈ, ਜਾਂ
ਭਟਕਣ ਵਾਲਾ ਮਨ ਹੈ, ਇਹ ਬਾਰ-ਬਾਰ ਮੇਰੀ ਇਕਾਗਰਤਾ ਦੇ ਵਿੱਚ, ਮੇਰੀ ਤਾਰ ਜੁੜਨ ਦੇ ਵਿੱਚ ਖਲਲ ਪਾਉਂਦਾ ਹੈ। ਅਤੇ ਕਿਤਨੇ ਦਿਨ ਇੰਝ ਹੀ ਬਤੀਤ ਹੋ ਗਏ ਹਨ, ਮੇਰੀ ਪੂਰੀ ਤਰ੍ਹਾਂ ਤਾਰ ਨਹੀਂ ਜੁੜ ਰਹੀ। ਅਤੇ ਜਿੱਥੋਂ ਹੀ ਮੈਂ ਆਪਣਾ ਸਾਰਾ ਰੂਹਾਨੀ ਬਲ ਲੈਣਾ ਹੈ, ਜਿੱਥੋਂ ਹੀ ਮੈਨੂੰ ਮੇਰੀ ਸਾਰੀ ਊਰਜਾ ਦਾ ਵੱਡਾ ਸਰੋਤ ਮਿਲਣਾ ਹੈ, ਜੇ ਉਹਦੇ ਨਾਲ ਮੇਰੀ ਪੂਰੀ ਤਾਰ ਨਹੀਂ ਜੁੜੇਗੀ ਤਾਂ ਮੇਰੀ ਯਕੀਨਨ ਹਾਲਤ ਕੋਹਿਆਂ ਵਰਗੀ ਹੋਏਗੀ, ਕੋਹੇ ਵਰਗੀ ਹੋਏਗੀ। ਇਸ ਕਰਕੇ ਮੇਰਾ ਤੈਨੂੰ ਇਸ ਤਰ੍ਹਾਂ ਦਾ ਪ੍ਰਤੀਤ ਹੋ ਰਿਹਾ। ਹਸਨ ਅਲ ਬਸਰੀ ਨੇ ਬੀਬੀ ਰਾਬੀਆ ਅਲ ਬਸਰੀ ਨੂੰ ਮੱਥਾ ਟੇਕਿਆ ਅਤੇ ਕਹਿਣ ਲੱਗਾ ਕਿ ਤੇਰੇ ਜੀਵਨ ਦਾ ਅਨੁਭਵ ਭਾਵੇਂ ਤੈਨੂੰ ਕੁਝ ਵੀ ਲੱਗੇ, ਸਾਡੇ ਲਈ ਬੜੀ ਵੱਡੀ ਪ੍ਰੇਰਨਾ। ਅਸੀਂ ਕਦੀ ਇੰਨੇ ਜ਼ਿਆਦਾ ਸਨੇਹ ਦੇ ਵਿੱਚ ਨਹੀਂ ਪੈਂਦੇ। ਸਾਡੇ ਸਤਈ ਚੀਜ਼ਾਂ ਨੇ ਸਾਡੀਆਂ ਸਾਰੀਆਂ। ਨਿਤਨੇਮ ਵੀ ਸਾਡਾ ਸਤਈ ਹੈ, ਸਤਸੰਗਤ ਹਾਜ਼ਰੀ ਵੀ ਸਾਡੀ ਬਹੁਤ ਵਾਰੀ ਸਤਈ ਹੋ ਜਾਂਦੀ ਹੈ। ਕਈ ਵਾਰੀ ਦੁਨਿਆਵੀ ਨੁਕਤੇ ਤੋਂ ਜਿਹੜੀ ਭਾਵੇਂ ਵਾਸਨਾਗ੍ਰਸਤ ਆਸ਼ਕੀ ਦਾ ਜ਼ਿਕਰ ਕਰਦੇ ਨੇ, ਪਰ ਉਹਨਾਂ ਦੇ ਵਿੱਚ ਵੀ ਜੀਵਨ ਦੀ ਕੋਈ ਸ਼ਿੱਦਤ ਹੈ। ਜਿਹਦੇ ਬਾਰੇ ਜਾਹਤ ਉੱਠ ਗਈ ਹੈ, ਉਹਦੇ ਬਾਰੇ ਬਾਵਰੇ ਹੋ ਗਏ ਨੇ। ਦੁਨਿਆਵੀ ਤਲ 'ਤੇ ਚੀਜ਼ਾਂ ਅਸੀਂ ਭਾਵੇਂ ਚਲੋ ਉਹਨਾਂ ਨੂੰ ਅਨੈਤਿਕ ਸਮਝੀਏ, ਅਣਮਰਯਾਦਤ ਸਮਝੀਏ, ਵੱਖਰੀ ਗੱਲ ਹੈ, ਪਰ ਦੇਖਿਆ ਉਹਨਾਂ ਦੇ ਵਿੱਚ ਵੀ ਜਿਹਦੇ ਨਾਲ ਚਾਹਤ ਜੁੜ ਗਈ ਹੈ, ਉਹਦੇ ਬਾਰੇ ਸ਼ੈਦਾਈ ਹੋਣ ਦੀ ਹੱਦ ਤੱਕ ਜਾਂਦਾ ਹੈ ਬੰਦਾ। ਆਪਣੇ ਸਤਿਗੁਰੂ ਦੇ ਨਾਲ ਨਿਹੂ ਹੈ, ਜੀਵਨ ਦੇ ਵਿੱਚ ਇੱਕ ਕਰਮ ਵੀ ਨਹੀਂ ਪ੍ਰਗਟਾ, ਇੱਕ ਲੱਛਣ ਵੀ ਐਸਾ ਨਹੀਂ ਪ੍ਰਗਟਾ ਹੁੰਦਾ ਕਿ ਲੱਗੇ ਕਿ ਵਾਕਿਆ ਕੋਈ ਰਿਲਾਈਜ਼ਡ ਮੈਨ ਹੈ, ਕਿ ਇਹਨੇ ਵਾਕਿਆ ਗੁਰੂ ਦੀ ਪ੍ਰੀਤ ਦਾ ਜਾਂ ਬਾਣੀ ਦੇ ਅਨੁਭਵ ਦੇ ਵਿੱਚ ਲੱਗ ਕੇ ਬੜਾ ਗਹਿਰਾ ਇਸ਼ਨਾਨ ਕਰਕੇ ਅਤੇ ਪ੍ਰੀਤ ਦਾ ਰੰਗ ਚਾੜਿਆ ਹੋਇਆ। ਅਤੇ ਗੁਰੂ ਸਾਹਿਬ ਜੀ ਨੇ ਪ੍ਰੀਤ ਦੀ ਸਿਖਰਤਾ ਦੱਸੀ ਬਾਣੀ 'ਚ। ਸਾਹਿਬ ਤੇਰੇ ਨਾਮ ਵਿਟਹੋਂ ਬਿੰਦ ਬਿੰਦ ਚੁੱਖ ਚੁੱਖ ਹੋਏ, ਇੱਥੋਂ ਤੱਕ ਜਾਣੀ ਚਾਹੀਦੀ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਅੰਗ ਮੁੜੇ ਮੁੜ ਜਾਏ। ਹੁਣ ਇਹ ਅਨੁਭਵ ਆਪ ਦੇ ਸਨਮੁਖ ਰੱਖਣ ਦਾ ਯਤਨ ਕਰਾਂ ਜਿਤਨਾ ਕੁ ਮੇਰੇ ਬੁੱਧੀ ਦੀ ਪਕੜ ਵਿੱਚ ਆਉਂਦਾ ਅਧਿਆਤਮਿਕ ਨੁਕਤੇ ਤੋਂ। ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੇ ਕਿਸੇ ਰੱਬੀ ਪ੍ਰੇਮ ਦੇ ਵਿੱਚ ਇਬਾਦਤ ਦੇ ਮਾਰਗ 'ਤੇ ਚੱਲੇ ਹਨ, ਉਹ ਫਿਰ ਆਪਣੇ ਜੀਵਨ ਦੀ ਜਿਹੜੀ ਬਲ ਹੈ ਉਹ ਸਰੀਰਕ ਤਲ 'ਤੇ ਨਹੀਂ ਜਿਉਂਦੇ। ਇਹ ਇੱਕ ਨੁਕਤਾ ਯਾਦ ਰੱਖਣਾ। ਆਪ ਜੀ ਨੂੰ ਬੜੇ ਐਸੇ ਸਾਧਕਾਂ ਦਾ ਜੀਵਨ ਸੁਣਨ ਦੇਖਣ ਨੂੰ ਮਿਲੇਗਾ, ਦੁਨੀਆ ਵਾਂਗ ਭੋਜਨ ਨਹੀਂ ਲੈਂਦੇ, ਦੁਨੀਆ ਵਾਂਗ 8-9 ਘੰਟੇ 10 ਘੰਟੇ ਨੀਂਦ ਨਹੀਂ ਲੈਂਦੇ, ਦੁਨੀਆ ਵਾਂਗ ਘੁੰਮਣ ਫਿਰਨ ਦੇ ਚਾਅ ਨਹੀਂ ਹਨ, ਦੁਨੀਆ ਵਰਗਾ ਕੁਝ ਵੀ ਨਹੀਂ ਹੈ, ਪਰ ਦੁਨੀਆ ਨਾਲੋਂ ਵੱਧ ਚੜ੍ਹਦੀ ਕਲਾ 'ਚ ਹਨ। ਹੁਣ ਬੰਦਾ ਪ੍ਰਸ਼ਨ ਕਰੇਗਾ ਕਿ ਮਨੁੱਖ ਦੇ ਕੋਲ ਇਤਨਾ ਕੁਝ ਹੈ, ਇਤਨਾ ਕੁਝ ਹੋਣ ਦੇ ਬਾਵਜੂਦ ਜੀਵਨ 'ਚ ਮੁਰਝਾਹਟ ਹੈ, ਪਰ ਦੂਜੇ ਪਾਸੇ ਇੱਕ ਰੱਬੀ ਜੀਵਨ ਹੈ ਜਿਹੜਾ ਬਿਲਕੁਲ ਸਭ ਤਰੀਕਿਆਂ ਤੋਂ ਇੱਕ ਆਮ ਹਾਲਤ ਦੇ ਵਿੱਚ ਹੈ। ਉਹਦੀ ਚੜ੍ਹਦੀ ਕਲਾ ਦਾ ਜਾਂ ਉਹਦੇ ਜੀਵਨ ਦੇ ਵਿੱਚ ਜਿਹੜੀ ਇੱਕ ਰਵਾਨੀ ਹੈ, ਇੱਕ ਜਿਹੜਾ ਸੰਪੂਰਨ ਖੇੜਾ ਹੈ, ਉਹਦਾ ਸਰੋਤ ਕੀ ਹੈ? ਉਹਦਾ ਸਰੋਤ ਉਹਦਾ ਆਤਮਿਕ ਹੁੰਦਾ ਹੈ। ਇੱਕ ਭਾਰਤੀ ਸੰਗੀਤਕਾਰ ਦੇ ਮਸਲੇ 'ਚ ਗੱਲ ਕਹੀ ਜਾਂਦੀ ਹੈ, ਕਹਿੰਦੇ ਕਿ ਉਹ ਆਪਣੀ ਜਦ ਉਹਨੂੰ ਮਤਲਬ ਸਿਰੇ ਦੀ ਭੁੱਖ ਲੱਗਦੀ ਸੀ, ਪਿਆਸ ਲੱਗਦੀ ਸੀ, ਅਤੇ ਉਹ ਕਹਿੰਦਾ ਹੁੰਦਾ ਸੀ ਕਿ ਮੇਰੀ ਪਿਆਸ ਮੇਰਾ ਸਾਜ਼ ਪੂਰੀ ਕਰੇਗਾ। ਬੰਦਾ ਕਦੇ ਜੇ ਮੈਡੀਕਲ ਸਾਇੰਸ ਇਹਨਾਂ ਚੀਜ਼ਾਂ ਤੱਕ ਨਹੀਂ ਪਹੁੰਚ ਸਕੀ, ਨਾ ਪਹੁੰਚ ਸਕੇ ਸ਼ਾਇਦ, ਕਿ ਇੱਕ ਜਿਹੜੀ ਚੀਜ਼ ਸਰੀਰ ਦੀ ਨੀਡ ਹੈ ਉਹ ਆਤਮ ਦੇ ਵਿੱਚੋਂ ਕਿਵੇਂ ਪੂਰੀ ਹੋ ਜਾਂਦੀ ਹੈ, ਇਹ ਅਜੇ ਬੰਦੇ ਅਧਿਆਤਮਿਕ ਜਗਤ ਦੀਆਂ ਬਾਰੀਕੀਆਂ ਜਾਂ ਸੂਖਮਤਾਈਆਂ ਅਜੇ ਸਾਨੂੰ ਸਮਝ ਨਹੀਂ ਆਈਆਂ। ਮੈਂ ਰਾਤ ਹੀ ਜ਼ਿਕਰ ਕਰ ਰਿਹਾ ਸੀ ਕਿਸੇ ਨਾਲ ਕਿ ਮੈਂ ਜੀਵਨ ਦੇ ਵਿੱਚ ਵਿੱਦਿਆ ਦੇ ਤਲ 'ਤੇ ਸ਼ੈਦਾਈ ਬੰਦੇ ਐਸੇ ਦੇਖੇ ਨੇ ਜਿਨ੍ਹਾਂ ਨੂੰ ਗਿਆਨ ਦਾ ਨਸ਼ਾ ਰਹਿੰਦਾ ਹੈ, ਬਲੱਡ ਕੈਂਸਰ ਦੀ 3ਜੀ ਸਟੇਜ ਤੱਕ ਪਹੁੰਚ ਕੇ ਸਰੀਰ ਨੂੰ ਪਤਾ ਹੀ ਨਹੀਂ ਲੱਗਿਆ। ਐਸੇ ਵੀ ਜ਼ਿੰਦਗੀ 'ਚ ਬੰਦੇ ਦੇਖੇ ਨੇ ਕਿ ਗਿਆਨ ਦੇ ਨਸ਼ੇ ਵਿੱਚ ਰਹਿਣ ਵਾਲੇ, ਕਿ ਜੀਵਨ ਦੀ ਹਾਲਤ ਆਮ ਥੋੜ੍ਹੀ ਜਿਹੀ ਬੁਖਾਰ ਦੀ ਹਾਲਤ ਹੋ ਜਾਣਾ, ਝੱਟ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਐਨਰਜੀ ਦਾ ਵਹਾਅ ਠੀਕ ਨਹੀਂ ਚੱਲ ਰਿਹਾ। ਐਸੇ ਵੀ ਬੰਦੇ ਦੇਖੇ ਹਨ ਕਿ ਇੱਕ ਭਿਆਨਕ ਰੋਗ ਦੀ ਹੱਦ ਤੱਕ ਜਾ ਚੁੱਕੇ ਨੇ, ਪਰ ਉਸ ਭਿਆਨਕ ਰੋਗ ਦੀ ਹੱਦ ਨੇ ਉਹਨਾਂ ਦੀ ਜੀਵਨ ਦੀ ਕਿਰਿਆ ਵਿੱਚ, ਉਹਨਾਂ ਦੀ ਚਿਹਰੇ ਦੀ ਰਵਾਨੀ ਦੇ ਵਿੱਚ, ਉਹਨਾਂ ਦੇ ਜਿਤਨੀਆਂ ਕਿਰਿਆਵਾਂ ਨੇ ਫਰਕ ਨਹੀਂ ਪੈਣ ਦਿੱਤਾ। ਉਹਨਾਂ ਨੂੰ ਇੱਕ ਗਿਆਨ ਦੇ ਨਸ਼ੇ ਦੀ ਗੱਲ ਹੈ, ਅਤੇ ਜਿਹੜਾ ਬੰਦਗੀ ਦਾ ਉਹ ਕਿੱਡਾ ਵੱਡਾ ਹੋਏਗਾ। ਅਸੀਂ ਭਾਈ ਮਤੀ ਦਾਸ ਜੀ ਦਾ ਅਨੁਭਵ ਸੁਣਦੇ ਹਾਂ, ਬੜਾ ਸਿੱਧਾ 4-5 ਵਾਕਾਂ 'ਚ ਗੱਲ ਨਿਬੇੜ ਕੇ ਪਰਾਂ ਮਾਰਦੇ, ਪਰ ਕਦੇ ਦੇਖਣਾ ਕਿ ਜਿਹੜਾ ਉਹਨਾਂ ਦਾ ਚੀਰਿਆ ਹੋਇਆ ਤਨ ਬਾਅਦ ਦੇ ਵਿੱਚ ਸ਼ਲੋਕ ਦੀ ਆਵਾਜ਼ ਦੇ ਰਿਹਾ ਹੈ, ਉਹ ਕਿੰਨੀ ਕਮਾਈ ਹੋਈ ਗਹਿਰੀ ਅਵਸਥਾ ਹੋਏਗੀ। ਕਦੇ ਜੀਵਨ 'ਚ ਇਸ ਗੱਲ ਨੂੰ ਜਾਣਨਾ। ਅਸੀਂ ਕੁਦਰਤੀ ਹੈ, ਸਾਰੀ ਜ਼ਿੰਦਗੀ ਪਰਿਵਾਰ ਵਿੱਚ ਰਹਿੰਦੇ ਹਾਂ, ਅਤੇ ਅੱਜ ਸਾਡੇ ਸਰੀਰ ਦੇ ਕਿਸੇ ਹਿੱਸੇ ਨੂੰ ਤੋੜ ਦਿੱਤਾ ਜਾਏ, ਕੱਟ ਦਿੱਤਾ ਜਾਏ, ਜਾਂ ਕੁਦਰਤੀ ਚੋਟ ਆ ਜਾਏ ਕੋਈ,
ਉਹਦੇ ਵਿੱਚ ਆਵਾਜ਼ ਤਾਂ ਨਹੀਂ ਆਉਂਦੀ ਪਰਿਵਾਰ ਦੀ ਵੀ ਸਾਡਾ ਅੰਗ ਬੋਲ ਕੇ ਕਵੇ ਕਿ ਮੇਰੀ ਪਤਨੀ ਪੁੱਤਰ ਦੇ ਨਾਲ ਪ੍ਰੇਮ ਹੈ। ਪਰ ਭਾਈ ਮਤੀ ਦਾਸ ਜੀ ਦਾ ਚੀਰਿਆ ਹੋਇਆ ਤਨ ਇਹ ਗਵਾਹੀ ਦਿੰਦਾ ਹੈ ਸ਼ਲੋਕ ਨੂੰ ਪੂਰਾ ਕਰਕੇ ਕਿ ਗੁਰਸਿੱਖ ਨੇ ਗੁਰੂ ਦੇ ਪ੍ਰੀਤ ਦੇ ਵਿੱਚ ਪੂਰੇ ਦਾ ਪੂਰਾ ਇਸ਼ਨਾਨ ਕੀਤਾ ਹੋਇਆ, ਅਤੇ ਉਹ ਇਸ਼ਨਾਨ ਦਾ ਭਾਵ ਉਹਦੇ ਅੰਦਰ ਉਤਰਿਆ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੰਗ ਮੁੜੇ ਮੁੜ ਜਾਏ ਦਾ ਭਾਵ ਇਹ ਹੈ ਕਿ ਹੁਣ ਆਪ ਜੀ ਸਤ ਸੰਗਤ ਵਿੱਚ ਆਉਂਦੇ ਹੋ, ਇਹਨੂੰ 4-5 ਨੁਕਤਿਆਂ ਨਾਲ ਸਮਝਿਆ ਜਾ ਸਕਦਾ। ਸਭ ਤੋਂ ਪਹਿਲਾਂ ਹੈ, ਅਸੀਂ ਆਪਣੇ ਜੀਵਨ ਦੀ ਸਰੀਰਕ ਸਫਲਤਾ ਗੁਰੂ ਕੀ ਮੁਬਾਰਕਤਾ ਦੇ ਨਾਲ ਜੋੜ ਕੇ ਸਫਲ ਮੰਨਦੇ ਹਾਂ। ਮਤਲਬ ਕਿ ਸਾਨੂੰ ਲੱਗਦਾ ਕਿ ਆਹ ਸਾਡਾ ਜਿਹੜਾ ਮਸਤਕ ਹੈ, ਸਿਰ ਹੈ, ਸਾਡੇ ਹੱਥ ਨੇ, ਸਾਡੇ ਕਦਮ ਨੇ, ਇਹ ਅਗਰ ਗੁਰੂ ਦੀ ਸਰਦਲ 'ਤੇ ਝੁਕ ਗਏ ਤਾਂ ਇਹ ਪਵਿੱਤਰ ਹੋ ਜਾਣਗੇ। ਇਹਨਾਂ ਦੇ ਪਵਿੱਤਰ ਹੋਣ ਦੇ ਨਾਲ ਸਾਡਾ ਬਾਕੀ ਜੀਵਨ ਪਵਿੱਤਰ ਹੋਣ ਦੀ ਸੰਭਾਵਨਾ ਵੱਧ ਜਾਏਗੀ। ਅਸੀਂ ਇਸ ਵਿਸ਼ਵਾਸ ਭਾਵ ਵਿੱਚ ਆਉਂਦੇ ਹਾਂ। ਦੂਸਰਾ ਕਰਮ ਹੈ, ਜਦੋਂ ਗਿਆਨ ਦੀ ਵਿਚਾਰ ਨਾਲ ਜੁੜਦੇ ਹਾਂ ਅਤੇ ਸਾਡੇ ਅੰਦਰ ਦਾ ਗਿਆਨਮਈ ਸਰੂਪ ਬਣਦਾ ਹੈ। ਗਿਆਨਮਈ ਸਰੂਪ ਬਣਨ ਦੇ ਨਾਲ ਸਾਨੂੰ ਉਹ ਚੱਜ ਆਚਾਰ ਸਮਝ ਵਿੱਚ ਆਉਂਦੇ ਹਨ। ਚੱਜ ਆਚਾਰ ਜਿਹਦੇ ਨਾਲ ਅਸੀਂ ਸੁਹਾਗਣ ਹੋਣ ਦੇ ਨੇੜੇ ਜਾ ਸਕਦੇ ਹਾਂ, ਭਾਵ ਕਿ ਗੁਰੂ ਦੇ ਹੁਕਮ ਦੀ ਦੱਸੀ ਹੋਈ ਪੂਰੀ ਮਰਿਆਦਾ ਸਮਝ ਆਉਂਦੀ ਹੈ ਕਿ ਮਨ ਦੇ ਫੁਰਿਆਂ ਨੂੰ ਕਿਵੇਂ ਰੋਕਣਾ ਹੈ, ਬੁਰੇ ਸੰਗ ਤੋਂ ਕਿਵੇਂ ਦੂਰੀ ਬਣਾਉਣੀ ਹੈ। ਫਿਰ ਜਦੋਂ ਕੀਰਤਨ ਦੇ ਵਿੱਚ ਲਿਮਨ ਹੁੰਦੇ ਹਾਂ, ਉਦੋਂ ਸਾਡਾ ਭਗਤੀ ਰੂਪ ਹਿਰਦਾ ਰਸ ਦੇ ਨਾਲ ਭਰਦਾ ਹੈ, ਅਤੇ ਉਸ ਰਸ ਦੇ ਬਰਾਬਰ ਦੁਨੀਆ ਦੀਆਂ ਗੱਲਾਂ ਕੁਝ ਵੀ ਨਹੀਂ ਕਰ ਸਕਦੀਆਂ। ਅਤੇ ਇਸ ਤੋਂ ਇਲਾਵਾ ਸਾਡੇ ਜੀਵਨ ਦਾ ਉਹ ਸਮਾਂ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਸਫਲ ਹੋ ਗਿਆ, ਇਸ ਸਮੇਂ ਦੇ ਬਰਾਬਰ ਸਾਡੀ ਜੀਵਨ ਦਾ ਕੋਈ ਹੋਰ ਕਾਰਜ ਨਹੀਂ ਹੋ ਸਕਦਾ। ਇਹ 4 ਤਰ੍ਹਾਂ ਦੀ ਅਮੀਰੀ ਜਾਂ 4 ਤਰ੍ਹਾਂ ਦੀ ਮਹੱਤਤਾ ਦੇ ਨਾਲ ਅਸੀਂ ਭਰ ਜਾਂਦੇ ਹਾਂ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਸਿਮਰਨ ਵਿੱਚ ਜੁੜੇ ਨਹੀਂ, ਜਿਹੜੇ ਬੰਦਗੀ ਵਿੱਚ ਜੁੜ ਕੇ ਨਹੀਂ ਬੈਠੇ, ਨਾ ਤਾਂ ਉਹਨਾਂ ਦੀ ਦੇਹ ਸਫਲ ਹੋਈ, ਨਾ ਉਹਨਾਂ ਦੇ ਅੰਦਰ ਗਿਆਨ ਦਾ ਸਰੂਪ ਬਣਿਆ, ਨਾ ਉਹਨਾਂ ਦੇ ਜੀਵਨ ਵਿੱਚ ਕੋਈ ਰਸ ਬਣਿਆ, ਅਤੇ ਨਾ ਹੀ ਉਹਨਾਂ ਦੇ ਜੀਵਨ ਦਾ ਸਮਾਂ ਸਫਲ ਹੋ ਸਕਿਆ। ਇਹ ਉਹਨਾਂ ਦੇ ਅੰਗ ਮੁੜੇ ਮੁੜ ਜਾਣ ਵਾਲੀ ਹਾਲਤ ਹੈ। ਇਸ ਕਰਕੇ ਅਨੁਭਵ ਲੱਗਦੇ ਹਨ ਜੀਵਨ ਦੇ ਵਿੱਚ। ਹੁਣ ਕੁਦਰਤੀ ਹੈ, ਦੇਖੀਦਾ, ਆਪਣੇ ਨਿੱਜ 'ਚੋਂ ਵੀ ਸਮਝਣ ਦਾ ਯਤਨ ਕਰੀਦਾ ਕਿ ਜਦ ਕਈ ਦਿਨ ਐਸੇ ਦੁਰਭਾਗਵਸ ਆ ਜਾਂਦੇ ਨੇ ਕਿ ਕਈ ਦਿਨ ਗਿਆਨ ਦੀ ਕੋਈ ਨਵੀਂ ਰਮਝ ਜਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਕੋਈ ਅਧਿਆਤਮਕ ਰਹੱਸ ਸਮਝ ਨਹੀਂ ਆਉਂਦਾ ਜਾਂ ਸਮਝਣ ਦੇ ਨਿਕਟ ਤੇ ਨੇੜੇ ਤੇੜੇ ਨਹੀਂ ਜਾ ਸਕਦੇ, ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਉਦਾਸੀ ਛਾਈ ਰਹਿੰਦੀ ਹੈ ਕਿ ਇਹ ਗੱਲ ਦਾ ਸਿਲਸਿਲਾ ਟੁੱਟਿਆ ਕਿਉਂ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੰਗ ਮੁੜੇ ਮੁੜ ਜਾਏ। ਹੁਣ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ ਇੱਕ ਸੂਫੀ ਸਾਧਕ ਦੇ ਵਿੱਚ ਕਿ ਉਹਨੇ ਰੋਜ਼ਾਨਾ ਜਿਹੜਾ ਹੈ ਰੋਜ਼ ਭੋਜਨ ਆਇਆ ਕਰਨਾ, ਉਹਦੇ ਨੌਕਰਾਂ ਲਿਆਇਆ ਕਰਨਾ, ਉਹਨੇ ਰੋਜ਼ ਮੋੜ ਦਿਆ ਕਰਨਾ। ਇੱਕ ਦਿਨ ਉਹਦੇ ਮੁਰੀਦਾਂ ਨੇ ਕਿਹਾ, ਜੀ ਬੜੇ ਦਿਨ ਹੋ ਗਏ ਤੁਸੀਂ ਭੋਜਨ ਰੋਜ਼ ਮੋੜ ਦਿੰਦੇ ਹੋ, ਤਾਂ ਇਹਦਾ ਕਾਰਨ ਕੀ ਹੈ? ਉਹ ਕਹਿਣ ਲੱਗਾ, ਇਹਦਾ ਕਾਰਨ ਇਹ ਹੈ ਕਿ ਜਿਹੜਾ ਮੇਰਾ ਅਸਲ ਰਿਜ਼ਕ ਹੈ, ਜੇ ਮੈਨੂੰ ਉਹਦਾ ਨਹੀਂ ਪ੍ਰਬੰਧ ਮੇਰੇ ਪਾਸੋਂ ਹੋ ਰਿਹਾ, ਅਤੇ ਮੈਂ ਇਸ ਰਿਜ਼ਕ ਦੇ ਨਾਲ ਫਿਰ ਸਰੀਰ ਨੂੰ ਕਿਉਂ ਪੂਰੇ। ਸੂਫੀ ਇਸ ਗੱਲ ਨੂੰ ਮੰਨਦੇ ਨੇ ਕਿ ਮਨ ਦੀ ਜਿਹੜੀ ਭਟਕਣ ਹੈ, ਇਹਦੀ ਸਜ਼ਾ ਤਨ ਨੂੰ ਦੇਣੀ ਚਾਹੀਦੀ, ਇਸ ਕਰਕੇ ਉਹ ਫਾਕੇ ਕੱਟਦੇ ਨੇ। ਉਹਨਾਂ ਨੇ ਆਪਣੀ ਇੱਕ ਸਾਧਨਾ ਬਣਾਈ ਹੈ ਕਿ ਜੇ ਮਨ ਦੇ ਵਿੱਚ ਜ਼ਿਆਦਾ ਵਾਸਨਾਵਾਂ ਨੇ ਅਤੇ ਮਨ ਨੂੰ ਐਨਰਜੀ ਦੇਣਾ ਬੰਦ ਕਰ ਦਿਓ, ਸਰੀਰ ਨੂੰ ਐਨਰਜੀ ਦੇਣਾ ਬੰਦ ਕਰ ਦਿਓ, ਭੋਜਨ ਦੇਣਾ ਬੰਦ ਕਰ ਦਿਓ, ਪਾਣੀ ਦੇਣਾ ਬੰਦ ਕਰ ਦਿਓ, ਅਤੇ ਜਿਹੜਾ ਨਫਸ ਹੈ ਹੌਲੀ ਹੌਲੀ ਆਪਣੇ ਅੰਦਰੋਂ ਬੰਦੇ ਦੇ ਮਰਨਾ ਸ਼ੁਰੂ ਹੋ ਜਾਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੰਗ ਮੁੜੇ ਮੁੜ ਜਾਏ ਪੁੱਛੋ ਡੋਹਾਗਣੀ। ਹੁਣ ਕੁਝ ਨੁਕਤੇ ਐਸੇ ਹਨ ਜਿਹੜੇ ਰੋਜ਼ਾਨਾ ਦੇ ਕਥਾ ਸੁਣਨ ਵਾਲੇ ਨੇ, ਉਹਨਾਂ ਨੂੰ ਪੱਕੇ ਸਮਝ ਲੈਣੇ ਚਾਹੀਦੇ ਨੇ। ਜਿਵੇਂ ਅਸੀਂ ਮੈਥ ਦੀਆਂ ਥਿਊਰੀਆਂ ਪੱਕੀਆਂ ਹੀ ਸਮਝੀਆਂ ਨੇ ਨਾ, 10ਵੀਂ 12ਵੀਂ ਤੱਕ ਸਾਰੀ ਜ਼ਿੰਦਗੀ ਉਹੀ ਚੱਲਦੀਆਂ ਨੇ, 2 ਗੁਣਾ 2 4। ਇੰਝ ਹੀ ਗੁਰਬਾਣੀ ਦੀ ਵਿਆਖਿਆ ਵਿੱਚ ਵੀ ਕੁਝ ਗੱਲਾਂ ਸ਼ੁਰੂ ਤੋਂ ਲੈ ਕੇ ਸਮਾਪਤੀ ਤੱਕ ਇੱਕ ਸਮਾਨ ਹੀ ਚੱਲਦੀਆਂ। ਸੁਹਾਗਣੀ ਅਤੇ ਡੋਹਾਗਣੀ ਸੰਖੇਪ ਜਿਹਾ ਜ਼ਿਕਰ ਕਰਦਿਆਂ, ਸੁਹਾਗਣੀ ਉਹ ਹੈ ਜਿਹਦਾ ਵੇਸ ਉੱਜਲ ਹੈ, ਜਿਵੇਂ ਅਸੀਂ ਸੂਹਾ ਵੇਸ ਮੰਨਦੇ ਹਾਂ। ਸੁਹਾਗਣੀ ਉਹ ਹੈ ਜਿਹਦਾ ਵੇਸ ਉੱਜਲ ਹੈ ਅਤੇ ਉਹਦਾ ਵੇਸ ਮਰਿਆਦਾ ਵਿੱਚ ਹੈ, ਅਤੇ ਉਹ ਆਪਣੀ ਮਰਿਆਦਾ ਨੂੰ ਆਪਣੇ ਕੰਤ ਕੋਲ ਬੈਠ ਕੇ ਸਾਬਤ ਕਰਦੀ ਹੈ। ਅਤੇ ਕੰਤ ਕੋਲ ਹੋਣ ਦਾ ਮਤਲਬ ਹੈ ਕਿ ਉਹਦੇ ਜੀਵਨ ਦਾ ਮਨ, ਬਚਨ, ਕਰਮ ਅਤੇ ਜੀਵਨ ਦੇ ਅੰਦਰੂਨੀ ਬਾਰੀ ਸਭ ਤਰ੍ਹਾਂ ਦੇ ਵਿਵਹਾਰ ਦਾ ਸਮਰਪਣ ਕੇਵਲ ਉਹਦਾ ਕੰਤ ਹੀ ਹੈ, ਦੂਜਾ ਹੋਰ ਨਹੀਂ। ਅਤੇ ਜੀਵਨ ਦੇ ਵਿੱਚ ਆਪਣੇ ਕੰਤ ਦੀ ਆਗਿਆ, ਉਹਦੇ ਹੁਕਮ ਦੇ ਵਿੱਚ ਰਹਿ ਕੇ
ਜਿਹੜਾ ਦਇਆ, ਸੀਲ, ਸੰਜਮ, ਨਿਵਣ, ਖਵਣ, ਪਵਿੱਤਰਤਾ, ਇੰਦਰੀਏ ਜਬਤ, ਇਹਨਾਂ ਸਾਰਿਆਂ ਨੂੰ ਔਰ ਸੇਵਾ, ਤਿਆਗ, ਇਸ ਸਾਰੇ ਕਰਮਾਂ ਨੂੰ ਕਮਾਉਣਾ ਉਹਦੀ ਸੁਹਾਗਣ ਹੋਣ ਦੇ ਨਿਸ਼ਾਨ ਹਨ। ਦੂਜੇ ਪਾਸੇ ਦੁਹਾਗਣੀ ਹੈ, ਹੋ ਸਕਦਾ ਵੇਸ ਉਹਦੇ ਕੋਲ ਸੂਆ ਹੋਵੇ ਪਰ ਉਹਦੇ ਕੋਲੋਂ ਕੰਤ ਨਹੀਂ ਹੈ, ਇੱਕ ਨਹੀਂ ਹੈ, ਉਹਦੇ ਕੋਲੋਂ ਕਈ ਹੋਣਗੇ। ਉਹਦਾ ਕਿਸੇ ਇੱਕ ਪ੍ਰਤੀ ਸਮਰਪਣ ਨਹੀਂ ਹੈ, ਸਾਰਿਆਂ ਪ੍ਰਤੀ ਖਿੰਡਾਵ ਭਾਵ ਹੋਏਗਾ, ਕਿਸੇ ਨਾਲ ਥੋੜ੍ਹਾ ਵੱਧ, ਕਿਸੇ ਨਾਲ ਥੋੜ੍ਹਾ ਘੱਟ। ਉਹਦੇ ਕੋਲੋਂ ਕੋਈ ਪਵਿੱਤਰ ਮਰਜ਼ਾਦਾ ਨਹੀਂ ਹੋਏਗੀ। ਇਸ ਕਰਕੇ ਸਾਡੇ ਮਨ ਦੀਆਂ ਹੀ ਹਾਲਤਾਂ ਨੇ। ਜਦੋਂ ਸਾਡਾ ਮਨ ਕੇਵਲ ਗੁਰੂ ਕੀ ਭਗਤੀ ਦੇ ਨਾਲ ਜੁੜ ਜਾਂਦਾ ਹੈ ਅਤੇ ਭਗਤੀ ਦੇ ਰੰਗਾਂ ਦੇ ਨਾਲ ਹੀ ਆਪਣਾ ਜੀਵਨ ਮਾਣਦਾ, ਉਦੋਂ ਸੁਹਾਗਣੀ ਵਰਗਾ ਹੈ। ਜਦੋਂ ਇਹ ਕਦੀ ਕ੍ਰੋਧ ਦੇ ਅਧੀਨ ਹੋ ਗਿਆ, ਕਦੇ ਕਾਮ ਦੇ ਅਧੀਨ ਹੋ ਗਿਆ ਅਤੇ ਦੁਰਾਚਾਰ ਕਰਨ ਲੱਗ ਪਿਆ ਇਹ ਮਨ, ਉਦੋਂ ਦੁਹਾਗਣੀ ਵਰਗਾ ਹੋ ਜਾਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਾਏ ਪਿਛੋ ਦੁਹਾਗਣੀ। ਸੁਹਾਗਣੀਆਂ ਦਾ ਇੱਕ ਦਿਨ ਕੰਤ ਦੇ ਨਾਲ ਬਤੀਤ ਨਹੀਂ ਹੋਇਆ, ਉਹਨਾਂ ਦੇ ਲਈ ਮੁਸ਼ਕਿਲ ਹੈ। ਅਤੇ ਦੁਹਾਗਣੀ ਜਿਨ੍ਹਾਂ ਦੇ ਭਾਵ ਕਿ ਇੱਕ ਦਿਨ ਮਨ ਪੂਰੀ ਤਰ੍ਹਾਂ ਇਕਾਗਰਤਾ ਨਹੀਂ ਬਣੀ ਅਤੇ ਇੰਨੀ ਮੁਸ਼ਕਿਲ ਹੈ। ਅਤੇ ਜਿਨ੍ਹਾਂ ਦੇ ਜੀਵਨ ਦੀ ਕਦੀ ਕੋਈ ਤਾਰ ਆਪਣੇ ਮੁਰਸ਼ਦ ਦੀ ਪ੍ਰੀਤ ਨਾਲ ਜੁੜੀ ਨਹੀਂ, ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਦਾ ਯਤਨ ਵੀ ਨਹੀਂ ਕੀਤਾ ਜਾਂ ਉਹਨਾਂ ਨੂੰ ਇਸ ਉਚਾਈ ਦੀ ਸਮਝ ਨਹੀਂ ਆਈ, ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਤੁਮ ਕਿਉਂ ਰੈਣ ਵਿਹਾਏ, ਕਿ ਤੁਹਾਡੀ ਰਾਤ ਕਿਵੇਂ ਗੁਜ਼ਰਦੀ ਹੈ। ਗੁਜ਼ਰਨ ਦਾ ਭਾਵ ਇਹ ਹੈ ਕਿ ਜੀਵਨ ਕਿਵੇਂ ਗੁਜ਼ਰ ਰਿਹਾ ਹੈ। ਜਿਸ ਜੀਵਨ ਦੇ ਵਿੱਚ ਭਗਤੀ ਨਹੀਂ, ਜਿਸ ਜੀਵਨ ਦੇ ਵਿੱਚ ਪ੍ਰੀਤ ਨਹੀਂ, ਜਿਸ ਜੀਵਨ ਦੇ ਵਿੱਚ ਗਿਆਨ ਪ੍ਰਾਪਤੀ ਦੀ ਜਗਿਆਸਾ ਨਹੀਂ, ਜਿਸ ਜੀਵਨ ਦੇ ਵਿੱਚ ਰੱਬੀ ਰਸ ਦੀ ਚਾਹਤ ਨਹੀਂ ਬਾਬਾ, ਜਾਂ ਜਿਸ ਜੀਵਨ ਦੇ ਵਿੱਚ ਕੰਤ ਨਾਲ ਜੁੜ ਕੇ ਜਿਹੜੀ ਹੈ ਉੱਚੇ ਸੁੱਚੇ ਮਾਣ ਦਾ ਜਿਹੜਾ ਅਨੁਭਵ ਮਿਲਣਾ, ਜੇ ਉਹ ਵੀ ਨਹੀਂ ਤਾਂ ਫਿਰ ਜੀਵਨ ਕਿਹੜੇ ਅਰਥਾਂ 'ਚ ਜਿਉਂ ਰਹੇ ਹੋ। ਹੁਣ ਧਰਤੀ 'ਤੇ ਜਿੰਨੀਆਂ ਵੀ ਵਸਤਾਂ ਚੱਲ ਰਹੀਆਂ ਨੇ ਕਿਸੇ ਖਾਸ ਅਰਥਾਂ ਦੇ ਨਾਲ ਚੱਲ ਰਹੀਆਂ ਨੇ ਨਾ। ਕੋਇਲ ਕੋਲੋਂ ਅਰਥ ਹੈ ਜਿਹੜਾ ਮਿੱਠੇ ਗਾਇਨ ਦਾ, ਹਰੇਕ ਵਸਤ ਇੱਕ ਵੱਡੇ ਅਰਥ ਵਿੱਚ ਚੱਲ ਰਹੀ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੇ ਆਪਣੇ ਜੀਵਨ ਦੇ ਵਿੱਚ ਬੰਦਗੀ ਦਾ, ਗਿਆਨ ਦਾ, ਸਮਰਪਣ ਦਾ, ਕਿਸੇ ਭਗਤੀ ਦੇ ਰਸ ਨੂੰ ਮਾਨਣ ਦਾ ਕੋਈ ਜੀਵਨ 'ਚ ਉਦਮ ਨਹੀਂ ਹੈ, ਤਾਂ ਫਿਰ ਐਸੇ ਜੀਵਨ ਦਾ ਕੀ ਪ੍ਰਯੋਗ ਹੈ। ਇਹ ਤਾਂ ਦੁਹਾਗਣੀ ਵਰਗਾ ਹੈ। ਇਸ ਕਰਕੇ ਮਾਣ ਜਿਹੜਾ ਸੁਹਾਗਣੀ ਨੂੰ ਮਿਲਦਾ, ਦੁਹਾਗਣੀ ਦੇ ਜੀਵਨ ਤੋਂ ਲੋਕ ਪਰਾਂ ਜਾਂਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਤੁਮ ਕਿਉਂ ਰੈਣ ਵਿਹਾਏ, ਕਿਵੇਂ ਜੀਵਨ ਬਤੀਤ ਹੁੰਦਾ ਹੈ। ਬੜਾ ਸੂਖਮ ਇਸ ਦੇ ਸੰਬੰਧ ਵਿੱਚ ਹੋਰ ਅਰਜ਼ ਕਰਦਿਆਂ ਕਿ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਕਿਉਂ ਆਈ। ਹੋਰ ਵੀ ਬੜੇ ਸੂਫੀ ਫਕੀਰ ਨੇ, ਨਹੀਂ ਆ ਸਕੀ। ਬਾਬਾ ਫਰੀਦ ਸਾਹਿਬ ਜੀ ਨੇ ਕੁਰਾਨ ਦੇ ਵਿੱਚੋਂ ਨਿਕਲਦੀ ਸ਼ਰ੍ਹਾ ਦਾ ਭਾਵ ਮਰਿਆਦਾ, ਸ਼ਰ੍ਹਾ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਅਨੁਭਵ ਨੂੰ ਕਮਾਇਆ ਹੈ। ਸ਼ਰ੍ਹਾ ਦੇ ਵਿੱਚ ਰਹਿ ਕੇ ਇਹ ਨਹੀਂ ਕਿ ਜਿਵੇਂ ਕੁਝ ਸੂਫੀ ਸਾਧਕ ਸ਼ਰ੍ਹਾ ਨੂੰ ਇਨਕਾਰ ਕਰ ਦਿੰਦੇ ਹਨ ਅਤੇ ਆਖਦੇ ਹਨ ਕਿ ਉਂਝ ਹੀ ਰੱਬ ਦੀ ਪ੍ਰਾਪਤੀ ਸੰਭਵ ਹੈ। ਬਾਬਾ ਫਰੀਦ ਸਾਹਿਬ ਜੀ ਨੇ ਸ਼ਰ੍ਹਾ ਦੇ ਵਿੱਚ ਰਹਿ ਕੇ ਭਗਤੀ ਦੇ ਅਨੁਭਵ ਨੂੰ ਕਮਾਇਆ ਹੈ ਅਤੇ ਉਹਨੂੰ ਉਵੇਂ ਹੀ ਕਮਾਇਆ ਜਿਹਦਾ ਸਿਖਰ 'ਤੇ ਜਾ ਕੇ ਪ੍ਰਗਟਾ ਇਸਤਰੀ ਵਾਂਗ ਹੋ ਜਾਂਦਾ ਹੈ। ਇਸ ਕਰਕੇ ਅੱਜ ਵੀ ਦੇਖੋ, ਹੈ ਉਹ ਪੁਰਸ਼ ਪਰ ਆਪਣੇ ਅੰਤਰ ਦੀ ਵੇਦਨਾ ਨੂੰ, ਅਨੁਭਵ ਨੂੰ ਇਸਤਰੀ ਰੂਪ ਵਿੱਚ ਬਿਆਨ ਕਰ ਰਹੇ ਹਨ। ਇਹਦਾ ਭਾਵ ਹੈ ਕਿ ਇੱਥੇ ਜਾ ਕੇ ਬੰਦਾ ਸੰਪੂਰਨ ਹੋ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਤੁਮ ਕਿਉਂ ਰੈਣ ਵਿਹਾਏ, ਭਾਵ ਕਿ ਸਰਲ ਭਾਵ ਹੈ ਕਿ ਇੱਕ ਤਾਂ ਉਹਨਾਂ ਦਾ ਜੀਵਨ ਹੈ ਜਿਹੜੇ ਬੰਦਗੀ ਰਤ ਵਿੱਚ ਜੁੜੇ ਹਨ ਅਤੇ ਉਹਨਾਂ ਦਾ ਇੱਕ ਦਿਨ ਦਾ ਅੰਤਰਾਲ ਉਹਨਾਂ ਦੇ ਜੀਵਨ ਦੀ ਹਾਲਤ ਨੂੰ ਤਰਸਯੋਗ ਬਣਾ ਦਿੰਦਾ ਹੈ। ਪਰ ਦੂਜੇ ਉਹ ਹੁਣ ਬਾਣੀ 'ਚ ਵਾਕ ਆਉਂਦਾ ਹੈ, ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿੰਨਾ ਸੱਚ ਨਾ ਲੱਗੋ ਰੰਗ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਜੀਵਨ ਧ੍ਰਿਗਾਕਾਰ ਹੈ, ਜਿਹੜੇ ਸੱਚ ਦੇ ਮਾਰਗ 'ਤੇ ਨਹੀਂ ਚੱਲ ਸਕੇ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਸਾਹੁਰੈ ਢੋਈ ਨਾਲ ਹੈ, ਪਈਐ ਨਾਹੀ ਥਾਉ। ਅਗਲੇ ਸ਼ਲੋਕ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਅਨੁਭਵ ਬਖਸ਼ਿਸ਼ ਕਰਦੇ ਹਨ। ਜ਼ਿਕਰ ਮਿਲਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਦੀ ਕਿਸੇ ਨੇ ਬੜੀ ਉਪਮਾ ਕੀਤੀ ਅਤੇ ਬਾਬਾ ਫਰੀਦ ਸਾਹਿਬ ਜੀ ਉਸ ਉਪਮਾ ਤੋਂ ਉਕਤਾ ਗਏ ਥੋੜ੍ਹਾ ਜਿਹਾ। ਉਹਨਾਂ ਨੇ ਇਸ ਸ਼ਲੋਕ ਦਾ ਉਚਾਰਨ ਕੀਤਾ ਸੀ, ਸਾਹੁਰੈ ਦਾ ਭਾਵ ਪਰਲੋਕ, ਨਾਲ ਹੈ, ਪਈਏ ਦਾ ਭਾਵ ਜਿਹੜਾ ਹੈ ਪਰਮੇਸ਼ਰ, ਭਾਵ ਕਿ ਪਈਏ ਦਾ ਭਾਵ ਪੇਕੇ ਅਤੇ ਪਿਰ ਦਾ ਭਾਵ ਅਕਾਲ ਪੁਰਖ ਪਰਮੇਸ਼ਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸਾਹੁਰੈ ਢੋਈ ਨਾਲ ਹੈ, ਨਾ ਸਹੁਰੇ ਘਰ ਗਤੀ ਹੋਣ ਵਾਲੀ ਹੈ, ਨਾ ਪੇਕਿਆਂ ਦੇ ਘਰ ਵਿੱਚ ਥਾਂ ਹੈ, ਨਾ ਪਤੀ ਬਾਤ ਪੁੱਛਦਾ ਹੈ, ਅਤੇ ਸੁਹਾਗਣ ਸਾਨੂੰ ਕਿਵੇਂ ਕਿਹਾ ਜਾਵੇ। ਇਹਦਾ ਭਾਵ ਇਹ ਹੈ, ਸਾਹੁਰੈ ਢੋਈ ਨਾਲ ਹੈ, ਕਿ ਜੀਵਨ ਦੇ ਵਿੱਚ ਕੁਝ ਐਸੇ ਸ਼ੁਭ ਕਰਮਾਂ ਦੀ ਰਾਸ ਪੱਲੇ ਨਹੀਂ ਬੱਧੀ
ਕਿ ਜਦੋਂ ਜੀਵਨ ਸਮਾਪਤ ਹੋ ਕੇ ਪਰਲੋਕ ਦੇ ਜੀਵਨ ਦੇ ਅਧਿਕਾਰੀ ਹੋਵਾਂਗੇ, ਉਦੋਂ ਸ਼ੁਭ ਗੁਣਾਂ ਦੇ ਨਾਲ ਉੱਥੇ ਇੱਜ਼ਤ ਮਿਲ ਸਕੇ। ਭਾਵ ਕਿ ਹੁਣ ਕੁਦਰਤੀ ਇਹ ਸਾਰੇ ਰੂਪਕ ਸਾਨੂੰ ਸਮਝ ਆਉਂਦੇ ਨੇ। ਜਿਸ ਇਸਤਰੀ ਨੇ, ਜਿਸ ਬੱਚੀ ਨੇ ਆਪਣੇ ਪੇਕੇ ਘਰ ਰਹਿੰਦਿਆਂ ਵਰਤੋਂ ਵਿਹਾਰ ਦੇ ਚੱਜ ਨਹੀਂ ਸਿੱਖੇ, ਆਚਰਣ ਦੀ ਸ਼ੁੱਧਤਾ ਨਹੀਂ ਸਿੱਖੀ, ਜੀਵਨ ਦੀ ਮਰਜ਼ਾਦਾ ਦੇ ਸਾਰੇ ਵਿਧਾਨ ਆਪਣੇ ਪੱਲੇ ਨਹੀਂ ਬੰਦੇ, ਯਕੀਨਨ ਹੈ ਉਹਨੂੰ ਆਪਣੇ ਸਹੁਰੇ ਘਰ ਜਾ ਕੇ ਮਾਣ ਨਹੀਂ ਮਿਲੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਸਹੁਰੇ ਢੋਈ ਨਾਲ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਰਲੋਕ ਵਿੱਚ ਮੇਰੀ ਬੜੀ ਉਪਮਾ ਹੋਵੇਗੀ? ਸਮਝਾ ਰਹੇ ਨੇ। ਹਾਂ, ਆਖਦੇ ਨੇ ਪਈ ਹੈ ਨਾ ਸਾਡੀ ਤਾਂ ਹਾਲਤ ਇਵੇਂ ਦੀ ਹੈ, ਨਾ ਸਹੁਰੇ ਢੋਈ ਮਿਲੇਗੀ, ਕਿਉਂਕਿ ਸਹੁਰੇ ਗੁਣਾਂ ਕਰਕੇ ਮਾਣ ਮਿਲਦਾ ਹੈ ਅਤੇ ਗੁਣ ਕੁਝ ਪੱਲੇ ਬੱਧੇ ਨਹੀਂ। ਪਈ ਹੈ ਨਾ ਹੀ ਥਾਓ, ਅਤੇ ਪੇਕੇ ਇਸ ਚੀਜ਼ ਨੂੰ ਪੱਕੇ ਰੱਖਣਗੇ ਨਹੀਂ, ਕਦੇ ਨਾ ਕਦੇ ਤੋਰਨਗੇ, ਚਾਹੇ 50 ਸਾਲ 'ਚ ਹੀ ਤੋਰ ਦੇਣ, ਤੋਰਨਗੇ। ਭਾਵ ਕਿ ਸੰਸਾਰ ਤੋਂ ਕੂਚ ਕਰਨਾ ਹੀ ਪਵੇਗਾ, ਪੱਕੇ ਤੌਰ 'ਤੇ ਇੱਥੇ ਰਵਾਂਗੇ ਨਹੀਂ। ਅੱਗੇ ਆਖਦੇ ਨੇ ਫਿਰ ਵਾਤੜੀ ਨਾ ਪੁੱਛਈ। ਫਿਰ ਭਾਵ ਅਕਾਲ ਪੁਰਖ ਸਿਰਜਣਹਾਰ ਸਾਡੀ ਬਾਤ ਨਹੀਂ ਪੁੱਛਦਾ। ਭਾਵ ਕਿ ਬਾਤ ਤਾਂ ਉਦੋਂ ਪੁੱਛੇਗਾ ਨਾ ਜਦੋਂ ਆਪਣੀ ਵੇਦਨਾ ਉਹਦੇ ਸਾਹਮਣੇ ਰੱਖਾਂਗੇ। ਹੁਣ ਮੰਨਿਆ ਕਿ ਜੀਵਨ ਵਿਕਾਰਾਂ ਵਿੱਚ ਘਿਰ ਗਿਆ, ਪਰ ਜੇ ਵਿਕਾਰਾਂ ਤੋਂ ਘਿਰਣਾ ਨਹੀਂ ਆ ਰਹੀ ਤਾਂ ਸਦਗੁਣ ਕਿਵੇਂ ਜੀਵਨ ਚਾਉਣਗੇ? ਮੰਨਿਆ ਕਿ ਜੀਵਨ ਸੰਸਾਰ ਦੀ ਮਾਇਆ ਵਿੱਚ ਭਰਮ ਰਿਹਾ ਹੈ, ਪਰ ਜੇ ਭਗਤੀ ਦੇ ਰਸ ਦੀ ਚਾਹਤ ਨਹੀਂ ਹੈ ਤਾਂ ਫਿਰ ਕਿਵੇਂ ਬਾਤ ਪੁੱਛੇਗਾ? ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਧਨ ਸੁਹਾਗਣ ਨਾਉ, ਕਿ ਸਾਡੇ ਦਾ ਜੀਵਨ ਕਿਸੇ ਤਰ੍ਹਾਂ ਵੀ ਸੁਹਾਗਣ ਵਾਲਾ ਨਹੀਂ ਹੈ। ਜਿਨ੍ਹਾਂ ਦੇ ਕੋਲੋਂ ਸਹੁਰੇ ਘਰ ਦਾ ਵੀ ਮਾਣ ਹੈ, ਪੇਕੇ ਘਰ ਦਾ ਵੀ ਸਨੇਹ ਹੈ ਅਤੇ ਆਪਣੇ ਪਿਰ ਦਾ ਵੀ ਪਿਆਰ ਹੈ, ਉਹੀ ਅਸਲ ਸੁਹਾਗਣ ਹਨ। ਇਹ ਚੀਜ਼ਾਂ ਦੇ ਅਨੁਭਵ ਨੂੰ ਬੜੇ ਸੁੰਦਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਆਮ ਕਦੇ ਦੇਖੋ ਅਸੀਂ ਅਧਿਆਤਮਿਕਤਾ ਨੂੰ ਵਿਵਹਾਰ ਦੇ ਨੁਕਤੇ ਤੋਂ ਵੀ ਜਿਉਂਦੇ ਹਾਂ। ਕਈ ਵਾਰੀ ਮਾਤਾ ਚਿੰਤਾ ਕਰਦੀ ਹੈ ਬੱਚੀ ਦੀ ਆਦਤਾਂ ਦੀ, ਹੁਣ ਨਹੀਂ ਕਰਦੀਆਂ, ਪਹਿਲਾਂ ਕਰਦੀਆਂ ਸਨ। ਹੁਣ ਤਾਂ ਆਪ ਮੈਂ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਅਰਜ਼ ਕਰ ਸਕਦਾ। ਮਨੋਵਿਗਿਆਨਕ ਨੁਕਤੇ ਤੋਂ ਬਾਹਰ ਬਾਜ਼ਾਰ ਜਾਂਦੇ ਇੰਨੇ ਜ਼ਿਆਦਾ ਨੁਕਸ ਦੇਖਦੇ ਹਾਂ ਕਿ ਇੱਕ ਮਾਤਾ ਬੱਚੀ ਦੇ ਜੀਵਨ ਨੂੰ ਕਿੱਧਰਲੀ ਤਰਫ ਲਿਜਾਈ ਜਾ ਰਹੀ ਹੈ। ਉਹਦੇ ਜੀਵਨ 'ਚ ਅਨੈਤਿਕਤਾ ਹੀ ਅਨੈਤਿਕਤਾ ਦੇ ਰਹੀ। ਪਹਿਲਾਂ ਸਮਿਆਂ 'ਚ ਚਿੰਤਾ ਹੁੰਦੀ ਸੀ, ਹੁਣ ਕੋਈ ਪ੍ਰਮਾਣ ਬਚਿਆ ਹੀ ਨਹੀਂ ਇਹਦਾ। ਉਹਦੇ ਵਿੱਚ ਉਹਦੀ ਚਿੰਤਾ ਹੁੰਦੀ ਸੀ ਕਿ ਤੇਰੇ ਕੋਲੋਂ ਕੁਝ ਚੰਗੇ ਵਰਤੋਂ ਵਿਹਾਰ ਨਹੀਂ ਹਨ, ਤੇਰੇ ਕੋਲੋਂ ਕੁਝ ਐਸੀਆਂ ਮਰਯਾਦਾਵਾਂ ਦੀ ਸੰਭਾਲ ਨਹੀਂ ਹੈ ਕਿ ਜਿਹੜੀ ਤੂੰ ਜਾ ਕੇ ਮਾਣ ਪਾ ਸਕੇ। ਉਹ ਚਿੰਤਾ ਦੇ ਵਿੱਚ ਹੁੰਦੀ ਸੀ ਇਸ ਤਰ੍ਹਾਂ ਦੀ, ਅਤੇ ਜਿਹੜੀਆਂ ਉਹ ਬੱਚੀਆਂ ਸਮਝ ਜਾਂਦੀਆਂ ਸਨ, ਉਹਦੇ ਵਿੱਚ ਪ੍ਰਵੀਨ ਹੋ ਜਾਂਦੀਆਂ ਸਨ, ਤਾਂ ਉਹ ਅੱਗੇ ਚੱਲਦੀਆਂ ਸਨ। ਅਤੇ ਇਸੇ ਤਰ੍ਹਾਂ ਅਸੀਂ ਜੇ ਦੁਨਿਆਵੀ ਨੁਕਤੇ ਤੋਂ ਇੱਕ ਬੱਚੀ ਦੇ ਜੀਵਨ ਦੀ ਸੰਪੂਰਨ ਘਾੜਤ ਉਹਦੇ ਗ੍ਰਸਥ ਪ੍ਰਵੇਸ਼ ਤੋਂ ਪਹਿਲਾਂ ਹੋਣ ਦੀ ਖਿਆਲ ਕਰ ਸਕਦੇ ਹਾਂ, ਤਾਂ ਉਸੇ ਬੱਚੀ ਦੀ ਸਥਿਤੀ 'ਚ ਸਾਨੂੰ ਆਪਣੇ ਆਪ ਨੂੰ ਪਾ ਲੈਣਾ ਚਾਹੀਦਾ ਕਿ ਆਹ ਜਿਹੜਾ ਸਾਨੂੰ ਸੰਸਾਰ ਮਿਲਿਆ ਪੇਕੇ ਵਾਲਾ, ਇੱਥੇ ਸਦੀਵ ਤਾਂ ਰਹਿਣਾ ਨਹੀਂ। ਬਾਣੀ 'ਚ ਵਾਕ ਹੁੰਦਾ ਨਾ, ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ। ਇੱਕ ਬੱਚੀ ਦੀ ਚਿੰਤਾ ਤਾਂ ਆ ਗਈ ਸਾਡੇ ਕੋਲ, ਪਰ ਆਪਣੇ ਆਪ ਦੀ ਚਿੰਤਾ ਜਾਂ ਆਪਣੇ ਆਪ ਦਾ ਫਿਕਰ ਕਦ ਆਏਗਾ ਕਿ ਅਸੀਂ ਵੀ ਸ਼ੁਭ ਗੁਣਾਂ ਦੀ ਰਾਸ ਪੱਲੇ ਬੰਨ੍ਹ ਲਈਏ। 50 ਸਾਲ ਦੀ ਉਮਰ ਬਤੀਤ ਹੋ ਗਈ ਹੈ, ਅਜੇ ਤੱਕ ਕੋਈ ਇੱਕ ਬਾਣੀ ਦਾ ਨੇਮ ਨਹੀਂ ਪੂਰੀ ਤਰ੍ਹਾਂ ਬਣਿਆ। ਕਹਿੰਦਾ ਜੀ ਅਕਸਰ ਨਾਗਾ ਪੈ ਜਾਂਦਾ। ਬੰਦਾ ਇਸ ਨੂੰ ਕੀ ਕਹੇਗਾ ਕਿ 50 ਸਾਲਾਂ 'ਚ ਕੋਈ ਸ਼ਿੱਦਤ ਦੇ ਨਾਲ ਇੱਕ ਕੰਟੀਨਿਊਟੀ ਨਹੀਂ ਬਣਾ ਸਕਿਆ ਜੀਵਨ ਦੇ ਵਿੱਚ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਧਨ ਸੁਹਾਗਣ ਨਾਉ, ਅਸਲ 'ਚ ਉਹ ਹਨ ਜਿਨ੍ਹਾਂ ਨੇ ਪੇਕੇ ਰਹਿ ਕੇ ਵੀ ਮਾਣ ਪਾਇਆ। ਭਾਵ ਸੰਸਾਰ ਦੇ ਵਿੱਚ ਬਾਣੀ 'ਚ ਵਾਕ ਹੁੰਦਾ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਸੇਵਾ ਦਾ ਮਾਣ ਇਸ ਦੁਨੀਆ ਵਿੱਚ ਵੀ, ਪਰਲੋਕ ਵਿੱਚ ਵੀ। ਤਾਂ ਕਹਿੰਦੇ ਜਿਨ੍ਹਾਂ ਨੇ ਸੇਵਾ ਜਾਂ ਧਰਮ ਦੇ ਸ਼ੁਭ ਗੁਣ ਕੇ ਸ਼ੁਭ ਗੁਣਾਂ ਦੇ ਨਾਲ ਪੇਕੇ ਘਰ ਵੀ ਮਾਣ ਪਾਇਆ। ਹੁਣ ਕਈ ਐਸੀਆਂ ਪ੍ਰਵੀਨ ਚੱਜ ਚਾਰ ਵਾਲੀਆਂ ਬੜੇ ਉੱਚੇ ਸੁੱਚੇ ਜੀਵਨ ਵਾਲੀਆਂ ਬੱਚੀਆਂ ਹੁੰਦੀਆਂ ਨੇ, ਉਹ ਭਾਵੇਂ ਇੱਕ ਪਰਿਵਾਰ 'ਚੋਂ ਉਹਨਾਂ ਦਾ ਜਾਣਾ ਹੁੰਦਾ ਦੂਜੇ ਪਿੰਡ, ਸਾਰਾ ਮੁਹੱਲਾ ਜਾਂ ਸਾਰਾ ਨਗਰ ਉਹਨਾਂ ਦੇ ਸ਼ੁਭ ਗੁਣਾਂ ਦੇ ਕਰਕੇ ਘਾਟ ਮਹਿਸੂਸ ਕਰਦਾ ਹੈ ਕਿ ਸਾਡੇ ਵਿੱਚੋਂ ਕੋਈ ਸ਼ਖਸ, ਕੋਈ ਇਸ ਤਰ੍ਹਾਂ ਦਾ ਇਨਸਾਨ ਚਲਿਆ ਗਿਆ। ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਗੁਣਾਂ ਦੀ ਆਦਾਨ ਪ੍ਰਦਾਨ ਬੜਾ ਹੁੰਦਾ ਸੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਧਨ ਸੁਹਾਗਣ ਨਾਉ, ਜਿਨ੍ਹਾਂ ਨੇ ਸਹੁਰੇ ਘਰ ਭਾਵ ਕਿ ਪੇਕੇ ਘਰ ਰਹਿ ਕੇ ਧਰਮ ਦੇ ਸ਼ੁਭ ਗੁਣਾਂ ਅਨੁਸਾਰ ਕਮਾਈ ਕੀਤੀ, ਫਿਰ ਸਹੁਰੇ ਘਰ ਜਾ ਕੇ ਮਰਿਆਦਾ ਵਿੱਚ ਰਹਿ ਕੇ ਫਿਰ ਚੰਗੇ ਅਭਿਆਸ ਕੀਤੇ, ਅਤੇ ਜਿਹੜਾ ਪਤੀ ਦੇ ਨੂੰ ਵੀ ਪਾਉਂਦੇ ਰਹੇ ਪਤੀ ਵਰਤਾ ਧਰਮ ਕਰਕੇ, ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਉਹੀ ਸੁਹਾਗਣਾ ਧਨ ਹਨ। ਅੱਗੇ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਸਲੋਕ ਰੂਪ ਅਨੁਭਵ ਦੁਆਰਾ ਸਮਝ ਬਖਸ਼ਿਸ਼ ਕਰਦੇ ਹਨ। ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਨੂੰ ਸਹੁਰੇ ਢੋਈ ਨਹੀਂ ਮਿਲਦੀ, ਜਿਨ੍ਹਾਂ ਦੀ
ਪੇਕੇ ਘਰ ਵਿੱਚ ਥਾਂ ਨਹੀਂ, ਜਿਹੜੇ ਪਿਰ ਨੂੰ ਨਹੀਂ ਪਾਉਂਦੇ ਉਹ ਸੁਹਾਗਣ ਨਹੀਂ ਹੋ ਸਕਦੇ। ਤਾਂ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਇਸ ਸਰਮੋਦ ਦਾ ਅਗਲਾ ਰੂਪ ਇੱਕ ਦੱਸਿਆ ਹੈ ਕਿ ਉਹ ਕੀ ਹੈ। ਆਖਦੇ ਹਨ, ਸਹੁਰੈ ਪਈਐ ਕੰਤ ਕੀ, ਕੰਤ ਅਗੰਮ ਅਥਾਹੋ। ਇਹ ਦੁਨਿਆਵੀ ਕੰਤ ਵਰਗਾ ਨਹੀਂ ਕਿ ਜਿਹੜਾ ਇੱਕ ਜਗ੍ਹਾ ਮਿਲੇਗਾ, ਜਾਂ ਜਿਹੜਾ ਇੱਕ ਤਰ੍ਹਾਂ ਦੇ ਜੀਵਨ ਨੂੰ ਕਹਿੰਦੇ ਗੁਰੂ ਸਾਹਿਬ ਨਾਨਕ ਸਾਹਿਬ ਜੀ ਆਖਦੇ ਹਨ, ਸਹੁਰੈ ਪਈਐ ਕੰਤ ਕੀ। ਹੁਣ ਸੁਹਾਗਣ ਤਾਂ ਸੁਹਾਗਣ ਹੈ। ਜਦੋਂ ਇੱਕ ਵਾਰੀ ਬੱਚੀ ਕੋਈ ਵਿਵਾਹਤ ਹੋ ਗਈ, ਸੁਹਾਗਣ ਹੋ ਗਈ, ਫਿਰ ਉਹ ਆਪਣੀ ਚਾਹੇ ਪੇਕੇ ਘਰ ਬੈਠੀ ਹੋਵੇ, ਜੇ ਪੇਕੇ ਘਰ ਬੈਠਿਆਂ ਵੀ ਸੁਹਾਗਣ ਹੈ, ਉਹ ਤਾਂ ਕਰਕੇ ਕਿ ਉਹ ਪਤੀ ਨਾਲ ਜੁੜੀ ਹੋਈ ਹੈ। ਜੇ ਸਹੁਰੇ ਘਰ ਸੁਹਾਗਣ ਹੈ, ਉਹ ਵੀ ਤਾਂ ਹੀ ਹੈ ਕਿ ਉਹ ਪਤੀ ਕਰਕੇ ਜੁੜੀ ਹੋਈ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਬਾਬਾ ਫਰੀਦ ਸਾਹਿਬ ਜੀ ਦੇ ਅਨੁਭਵ ਤੋਂ ਅੱਗੇ ਜਾ ਕੇ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਕਹਿੰਦੇ ਸੁਹਾਗਣੀ ਉਹ ਹੈ ਜਿਹੜੇ ਆਪਣੇ ਜੀਵਨ ਦੇ ਆਚਰਣ ਨਾਲ ਜਿਹੜੀ ਹੈ ਸਿਰਜਣਹਾਰ ਨੂੰ ਭਾ ਜਾਵੇ। ਭਾਵ ਕਿ ਉਹ ਜੀਵਨ ਦੇ ਵਿੱਚ ਐਸੀ ਸ਼ੁਭ ਕਰਮਾਂ ਦੀ ਜਿਹੜੀ ਹੈ ਜੀਵਨ ਦੀ ਰਾਸ ਪੱਲੇ ਬੰਨੇ। ਇਹਦਾ ਭਾਵ ਬੜਾ ਸੂਖਮ ਜਿਹਾ ਹੈ ਕਿ ਸਾਧ ਹੋਂਦ ਨੂੰ ਮਹਿਸੂਸ ਕਰਨਾ। ਇੱਕ ਹੈ ਕਿ ਕੰਤ ਨਾਲ ਹੈ, ਕਿਸੇ ਦੂਜੇ ਪਰਾਂ ਝਾਕਣਾ ਨਹੀਂ। ਇਹ ਤਾਂ ਕੁਦਰਤੀ ਹੈ ਵੀ ਕੰਤ ਨਾਲ ਦੂਜੇ ਪਾਸੇ ਝਾਕਾਂਗੀ ਤਾਂ ਉਹ ਮੁਸ਼ਕਿਲ ਹੋ ਜਾਏਗੀ। ਪਰ ਇੱਕ ਹੈ ਕਿ ਅਗੰਮ, ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਵਰਤਿਆ ਅਗੰਮ, ਭਾਵ ਕਿ ਤੁਹਾਡੀ ਕਲਪਨਾ ਤੋਂ ਵੀ ਪਰੇ ਅਕਾਲ ਪੁਰਖ ਹੈ। ਇਸ ਤਰ੍ਹਾਂ ਦੇ ਅਭਿਆਸ ਵਿੱਚ ਰਹਿਣਾ। ਸੁਹਾਗਣੀ ਤਾਂ ਇਹ ਸਮਝ ਸਕਦੀ ਹੈ, ਜਿਹੜੀ ਦੁਨਿਆਵੀ ਤਲ 'ਤੇ ਗੱਲ ਕਰੀਏ, ਜੀ ਹੁਣ ਮੇਰਾ ਪਤੀ ਨਾਲ ਨਹੀਂ ਹੈ, ਜਿੱਧਰ ਮਰਜ਼ੀ ਦੇਖੀ ਜਾਵਾਂ, ਜੋ ਮਰਜ਼ੀ ਰੁਚਿਤ ਹੋਈ ਜਾਵਾਂ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਗੰਮ, ਉਹ ਜਿੱਥੋਂ ਤੱਕ ਤੇਰੀ ਕਲਪਨਾ ਜਾਂਦੀ, ਉੱਥੋਂ ਅੱਗੇ ਵੀ ਅਕਾਲ ਪੁਰਖ ਦੀ ਕਿਰਪਾ ਦਾ ਪਸਾਰ ਹੈ। ਔਰ ਅਥਾਹ, ਉਹਦਾ ਪਾਰਾਵਾਰ ਵੀ ਨਹੀਂ ਕੋਈ ਪਾਇਆ ਜਾ ਸਕਦਾ। ਇਸ ਕਰਕੇ ਸੁਹਾਗਣੀ ਉਹ ਹੈ, ਚਾਹੇ ਉਹ ਪਰਲੋਕ ਵਿੱਚ ਰਹੇ, ਚਾਹੇ ਲੋਕ ਵਿੱਚ ਰਹਿ ਰਹੀ ਹੈ, ਉਹਨੂੰ ਇੱਕੋ ਹੀ ਉਹਦੇ ਜੀਵਨ ਦਾ ਮਕਸਦ ਹੈ, ਆਪਣੇ ਕੰਤ ਨੂੰ ਪਾ ਜਾਣਾ। ਭਾਵ ਕਿ ਭਗਤੀ, ਮਰਿਆਦਾ ਆਦਿਕ ਸਭ ਗੁਣਾਂ ਦਾ ਸ਼ੁਭ ਅਭਿਆਸ ਕਰਨਾ ਹੈ ਕਿ ਉਹ ਆਪਣੇ ਕੰਤ ਨੂੰ ਪਾ ਜਾਏ। ਜੇ ਕੰਤ ਨੂੰ ਨਹੀਂ ਪਾਈ, ਫਿਰ ਭਾਵੇਂ ਪੇਕੇ ਰਹੀ ਜਾਵੇ ਕੀ ਮਾਣ ਮਿਲੇਗਾ, ਫਿਰ ਸਹੁਰੇ ਰਹੀ ਜਾਵੇ ਕੀ ਮਾਣ ਮਿਲੇਗਾ। ਇਹਦਾ ਭਾਵ ਹੈ ਕਿ ਜਿਹੜੇ ਆਪਣੇ ਗੁਰੂ ਦੀ ਆਗਿਆ ਨੂੰ ਮੰਨ ਕੇ ਉਹਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਚੜ੍ਹੇ, ਉਹ ਭਾਵੇਂ ਦੁਨਿਆਵੀ ਤਲ 'ਤੇ ਜਿੰਨੇ ਮਰਜ਼ੀ ਮਾਰ ਕੇ ਮਾਰੀ ਜਾਣ, ਫਿਰ ਨਾ ਉਹਨਾਂ ਦਾ ਪਰਲੋਕ ਵਿੱਚ ਨਾ ਲੋਕ ਵਿੱਚ। ਇਸ ਕਰਕੇ ਕਿਹਾ ਜਾਂਦਾ ਨਾ, ਲੋਕ ਸੁਖੀਏ ਪਰਲੋਕ ਸੁਹੇਲੇ। ਉਹ ਇੱਕੋ ਦੇ ਨਾਲ ਦੋ ਚੀਜ਼ਾਂ ਸਫਲੀਆਂ ਹੋ ਜਾਂਦੀਆਂ ਨੇ, ਗੁਰ ਕੀ ਕਾਰ ਕਮਾਉਣ ਦੇ ਨਾਲ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਅਤੇ ਬੇਪਰਵਾਹ ਭਾਵੈ ਵਿੱਚ ਇੱਕ ਰਮਜ ਹੈ ਕਿ ਜੀਵਨ ਦਾ ਉਹ ਸਾਰਾ ਕੁਝ ਛੱਡਣਾ ਪੈਂਦਾ ਹੈ ਜਿਹਦੇ ਨਾਲ ਉਹਨੂੰ ਪਾਉਣ ਯੋਗ ਹੋਈਏ। ਚੰਚਲਤਾ ਛੱਡਣੀ ਪੈਂਦੀ ਹੈ ਅਤੇ ਸੁਹਾਗ ਨੇਮ ਦੀ ਗੰਭੀਰਤਾ ਵਿੱਚ ਪੈਣਾ ਪੈਂਦਾ। ਭਟਕਣ ਨੂੰ ਛੱਡ ਕੇ ਇੱਕ ਜਬਤ ਵਿੱਚ ਆਉਣਾ ਪੈਂਦਾ ਹੈ। ਪਦਾਰਥਾਂ ਦੀ ਖਿੱਚ ਨੂੰ ਛੱਡ ਕੇ ਇੱਕ ਨਵੇਂ ਨਿਵਾਸ ਦੀ ਨਕਸ਼ ਨੂੰ ਆਪਣੇ ਅੰਦਰ ਉਤਾਰਨਾ ਪੈਂਦਾ ਹੈ। ਇੱਕ ਅਣਜਾਣ ਦੇ ਨਾਲ ਆਪਣੇ ਆਪ ਨੂੰ ਕਿਸੇ ਨੇਹ ਦੇ ਵਿੱਚ ਪਾ ਕੇ ਅਤੇ ਸਦੀਵ ਸਾਥੀ ਮੰਨਣਾ ਪੈਂਦਾ। ਇਹ ਸੁਹਾਗ ਨੇਮ ਦੇ ਲੱਛਣ ਹਨ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜੇ ਭਗਤੀ ਰੂਪ ਹੋ ਕੇ ਇਹਨਾਂ ਨੂੰ ਧਾਰਨ ਨਹੀਂ ਕਰਦੇ, ਉਹ ਕਦੀ ਗੁਰਮੁਖ ਨਹੀਂ ਹੋ ਸਕਦੇ। ਹੁਣ ਕੁਦਰਤੀ ਹੈ, ਇਸ ਕਰਕੇ ਬਾਣੀ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ 'ਚ ਇੱਕ ਵਾਕ ਆਉਂਦਾ ਹੈ, ਉਹ ਇਸ ਨੁਕਤੇ ਦੀ ਤਰਜਮਾਨੀ ਕਰਦਾ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਕਿ ਜਿਹੜੇ ਸੁਹਾਗਣੀ ਵਰਗੇ ਹੋ ਗਏ ਨੇ, ਉਹ ਦੂਜੇ ਦੀ ਝਾਕ ਵੀ ਨਹੀਂ ਰੱਖਦੇ, ਭਾਵੇਂ ਕਿੰਨਾ ਸੋਹਣਾ ਕਿੰਨਾ ਅਮੀਰ ਵੀ ਕਿਉਂ ਨਾ ਹੋਵੇ। ਔਰ ਇਹਨਾਂ ਨੁਕਤਿਆਂ ਦੇ ਵਿੱਚੋਂ ਹੀ ਗ੍ਰਸਥ ਧਰਮ ਦੀ ਪਵਿੱਤਰਤਾ ਦੀ ਉਚਾਈ ਲੱਭੀ ਜਾ ਸਕਦੀ ਹੈ। ਅੱਜ ਜਿਹੜਾ ਜੀਵਨ ਅਸਤ ਵਿਅਸਤ ਹੋ ਰਿਹਾ ਗ੍ਰਸਥ ਹੁੰਦਿਆਂ ਹੋਇਆਂ ਵੀ, ਉਹ ਕਾਰਨ ਕੀ ਹੈ? ਕਿਸੇ ਤਰ੍ਹਾਂ ਦੀ ਮਰਿਆਦਾ ਨਹੀਂ ਸਮਝ। ਹੁਣ ਕਦੀ ਵਾਰੀ ਦੇਖਦੇ, ਕਈ ਬਹੁਤ ਵਾਰੀ ਚਰਚਾ ਕੀਤੀ ਹੈ ਕਿ ਇੱਕ ਕੋਈ ਵੀ ਦੁਨੀਆ ਦੇ ਵਿੱਚ ਨੌਕਰੀ ਦੇ ਨੁਕਤੇ ਤੋਂ ਬੰਦੇ ਨੂੰ ਉਹਨਾਂ ਦਾਖਲ ਕਰਨਾ ਹੁੰਦਾ, ਉਹਦੀ ਯੋਗਤਾ ਦੀ ਪਰਖ ਕਰਦੇ ਨੇ, ਇੰਟਰਵਿਊ ਹੁੰਦੀ ਹੈ, 50 ਤਰ੍ਹਾਂ ਦੇ ਕਰਦੇ ਹਨ ਸਿਲਸਿਲੇ। ਇੱਕ ਬੰਦੇ ਨੂੰ ਗ੍ਰਸਥ ਧਰਮ ਦੇ ਬੰਧਨ, ਪਵਿੱਤਰ ਬੰਧਨ ਦੇ ਵਿੱਚ ਉਤਾਰਨਾ, ਜਿਹਦੇ ਵਿੱਚ ਗੁਰੂ ਦੀ ਸਾਖੀ ਪੈਣੀ ਹੈ, ਬੜੀ ਉਹ ਗੁਰੂ ਦੀ ਸਾਖੀ ਪੈਣੀ ਹੈ। ਉਹਦੇ ਅੰਤਰੀਵੀ ਜੀਵਨ ਦੀ ਯੋਗਤਾ ਕੀ ਹੈ, ਦੋਵਾਂ ਧਿਰਾਂ ਨੂੰ ਕੋਈ ਫਿਕਰ ਨਹੀਂ। ਬੱਚਾ ਵਾਸਨਾ ਦੇ ਨਾਲ ਲਿਬੜਿਆ ਹੋਇਆ ਹੈ, ਬੱਚੇ ਨੇ ਆਪਣੇ ਜੀਵਨ ਦੀ ਵਿਕਾਰਾਂ ਹੱਥੋਂ ਸ਼ੁੱਧਤਾ ਗਵਾ ਦਿੱਤੀ ਹੈ, ਬੱਚੇ ਦਾ ਮਨ ਆਪ ਹੁਦਰੇਪਣ ਵਿੱਚ ਭਰਮਿਆ ਹੋਇਆ ਹੈ, ਮਰਿਆਦਾ ਨੂੰ ਆਪਣੇ ਮਾਤਾ ਪਿਤਾ ਦੇ ਘਰ ਵੀ ਉਲੰਘਦਾ ਆਇਆ ਹੈ। ਇਸ ਗੱਲ ਦੀ ਕੋਈ ਚਿੰਤਾ ਨਹੀਂ, ਬਸ ਉਹਨਾਂ ਨੂੰ ਪਾ ਦਿਓ ਜੀ ਉਹਦੇ ਵਿੱਚ, ਫਿਰ ਉਹ ਜੋ ਕੁਝ ਕਰਦੇ ਨੇ ਸਾਨੂੰ ਸਾਰਿਆਂ ਨੂੰ ਅਨੁਭਵ ਹੈ।
ਇਹ ਸ਼ਲੋਕ ਇਕੱਲੇ ਭਗਤੀ ਦੇ ਨੁਕਤੇ 'ਤੇ ਥੋੜ੍ਹਾ ਸਾਨੂੰ ਕਹੇ ਜਾ ਰਹੇ ਹਨ। ਜੇ ਅਸੀਂ ਬਾਣੀ ਨੂੰ ਇਕੱਲਾ ਭਗਤੀ ਜਾਂ ਅਧਿਆਤਮਿਕਤਾ ਦੇ ਨਾਲ ਜੋੜ ਲਈਏ ਤਾਂ ਫਿਰ ਬਾਕੀ ਜੀਵਨ ਦਾ ਗਿਆਨ ਕਿੱਥੋਂ ਲਵਾਂਗੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜੋ ਭਾਵ ਹੈ ਬੇਪਰਵਾਹ, ਕਿ ਉਹ ਓਨੇ ਵੱਡੇ ਜੀਵਨ ਦੇ ਵਿੱਚ ਜਾਵੇ ਜਿੱਥੇ ਜਾ ਕੇ ਉਹਨੂੰ ਜੀਵਨ ਦਾ ਸੰਤੁਲਨ ਲੱਭੇ। ਉਹ ਜੀਵਨ ਦਾ ਸੰਤੁਲਨ ਮਨ ਦੇ ਆਪ ਹੁਦਰੇਪਣ ਤੋਂ ਹੀ ਨਹੀਂ ਪਾਰ ਪਾਇਆ ਜਾਂਦਾ। ਜਿਹੜੀ ਬਾਹਰੀ ਕਿਸਮ ਦੀ ਚਮਕ ਦੀ ਖਿੱਚ ਹੈ ਉਹੀ ਉਹਦੇ ਤੋਂ ਮੁਕਤ ਨਹੀਂ ਹੋਇਆ ਜਾਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇੰਝ ਹੀ ਸੰਸਾਰ ਦੇ ਪਦਾਰਥਾਂ ਮਾਇਆਵੇ ਰਸਾਂ ਕਸਾਂ ਦੀ ਚਾਹਤ ਹੈ ਜਿਹੜੀ ਸਾਡੀ ਆਤਮਾ ਦਾ ਹੁਸਨ ਉਜਾੜ ਦਿੰਦੀ ਹੈ। ਪਰ ਜੇ ਮਾਇਆ ਦੇ ਰਸਾਂ ਕਸਾਂ ਚਮਕ ਤੋਂ ਬੰਦਾ ਬਚ ਜਾਏ, ਫਿਰ ਬੰਦੇ ਦੇ ਆਤਮ ਦਾ ਜੀਵਨ ਪ੍ਰਕਾਸ਼ਿਤ ਹੋ ਜਾਂਦਾ ਹੈ ਅਤੇ ਉਹ ਦੋਹੀਂ ਜਹਾਨੀ ਮਾਣ ਦਾ ਪਾਤਰ ਬਣਦਾ ਹੈ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ। ਤਾਂ ਬਾਬਾ ਫਰੀਦ ਸਾਹਿਬ ਜੀ ਅੱਗੇ ਕਰਮਕਾਂਡੀ ਨੁਕਤੇ ਨੂੰ ਰੱਦ ਕਰਦੇ ਆਖਦੇ ਹਨ, ਨਾਤੀ ਧੋਤੀ ਭਾਵ ਇਸ਼ਨਾਨ ਆਦਿਕ ਦੇ, ਪੂਜਾ ਅਰਚਨ ਆਦਿਕ ਦੇ ਸਾਰੇ ਕੰਮ ਕੀਤੇ, ਸੰਭਹੀ ਬੜੀ ਸੰਭਾਲ ਦੇ ਨਾਲ ਸਾਰੇ ਕਰਮ ਕੀਤੇ। ਸੁੱਤੀ ਆਏ ਨਚਿੰਦ, ਇਸ਼ਨਾਨ ਵੀ ਕਰ ਲਿਆ, ਟਿੱਕਾ ਵੀ ਲਗਾ ਲਿਆ, ਗਲ 'ਚ ਮਾਲਾ ਵੀ ਪਹਿਨ ਲਈ, ਉਹੋ ਜਿਹਾ ਧਾਰਮਿਕ ਵੇਸ਼ ਵੀ ਧਾਰਨ ਕਰ ਲਿਆ, ਅਤੇ ਕਹਿੰਦੇ ਬੇਪਰਵਾਹ ਹੋ ਕੇ ਆ ਕੇ ਸੌਂ ਗਏ। ਤਾਂ ਜਿਹੜੇ ਇਤਰ ਸੁਗੰਧੀਆਂ ਆਦਿ ਲਾਈਆਂ ਸਨ, ਆਖਦੇ ਹਨ, ਰਹੀ ਸੋ ਬੇੜੀ ਹਿੰਗ ਦੀ, ਭਾਵ ਕਿ ਕਥੂਰੀ ਦੀ ਮਹਿਕ ਜਿਹੜੀ ਉਹ ਚਲੀ ਗਈ, ਹਿੰਗ ਦੀ ਮਹਿਕ ਰਹਿ ਗਈ। ਭਾਵ ਕਿ ਜਿਨ੍ਹਾਂ ਨੇ ਸਮਝਿਆ ਕਿ ਕੇਵਲ ਇਸ਼ਨਾਨ ਆਦਿਕ ਦੇ ਨਾਲ ਹੀ ਪਰਮਾਰਥ ਦੇ ਕਰਮ ਦੀ ਪੂਰਤੀ ਹੋ ਜਾਂਦੀ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦੀ ਹਾਲਤ ਹੈ। ਅਤੇ ਕੇਵਲ ਸਮਝਿਆ ਕਿ ਮੈਂ ਧਾਰਮਿਕ ਵੇਸ਼ ਧਾਰਨ ਕਰ ਲਿਆ, ਮੈਂ ਤੀਰਥਾਂ ਦੇ ਇਸ਼ਨਾਨ ਕਰ ਲੈਂਦਾ ਹਾਂ, ਜਾਂ ਮੈਂ ਇਸ ਤਰ੍ਹਾਂ ਦੇ ਧਾਰਮਿਕ ਕਰਮਾਂ ਦੇ ਵੱਲ ਧਿਆਨ ਰੱਖਦਾ ਹਾਂ, ਪਰ ਉਹਦੇ ਅੰਤਰੀਵ ਨਹੀਂ ਜਾਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਦੇ ਨਾਲ ਫਿਰ ਜੀਵਨ ਦੇ ਵਿੱਚ ਜਿਹੜੀ ਕਸਤੂਰੀ ਦੀ ਮਹਿਕ ਵਾਂਗੂ ਸ਼ੁਭ ਗੁਣਾਂ ਦਾ ਭਾਵ ਉੱਡ ਜਾਂਦਾ ਹੈ, ਮਗਰ ਕੇਵਲ ਹਿੰਗ ਦੇ ਔਗਣ ਵਰਗੇ ਜਿਹੜੇ ਔਗਣ ਬਾਕੀ ਰਹਿ ਜਾਂਦੇ ਹਨ। ਭਾਵ ਕਿ ਜਿਹੜੇ ਜੀਵਨ ਦੇ ਵਿੱਚ ਕਰਮਕਾਂਡ ਨੂੰ ਪ੍ਰਮੁੱਖਤਾ ਦਿੰਦੇ ਹਨ, ਉਹਨਾਂ ਦੇ ਅੰਤਰ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਹੁੰਦਾ। ਹੁਣ ਕੁਦਰਤੀ ਹੈ, ਅਸੀਂ ਆ ਧਾਰਮਿਕ ਦੇ ਵਿੱਚ ਇੱਕ ਚਿੱਟਾ ਰੰਗ ਮੰਨਦੇ ਹਾਂ ਜੀ, ਇਹ ਪਹਿਨਣਾ ਚਾਹੀਦਾ, ਇਹ ਫਿਕਸ ਕੀਤਾ ਹੋਇਆ ਹੈ ਤਾਂ ਵੈਸੇ ਰੋਮਾਂਟਿਸਿਜ਼ਮ ਦਾ ਰੰਗ ਹੈ। ਕਦੇ ਦੇਖ ਲੈਣਾ, ਜਿਹੜੀ ਕ੍ਰਿਸਚਨ ਬਰਾਈਡ ਹੁੰਦੀ ਹੈ ਉਹ ਵਿਆਹ ਵਾਲੇ ਦਿਨ ਇਹੀ ਰੰਗ ਪਹਿਨਦੇ ਨੇ, ਉਹਨਾਂ ਨੇ ਸਾਡੇ ਤੋਂ ਪਹਿਲਾਂ ਬਣਾਇਆ ਹੋਇਆ। ਸਾਡਾ ਅਸਲ ਦੇ ਵਿੱਚ ਭਾਰਤੀ ਗਿਆਨ ਪਰੰਪਰਾ ਦੇ ਵਿੱਚ ਨੀਲਾ ਹੈ, ਨੀਲਾ ਹੈ, ਉਹਦੇ ਵਿੱਚ ਦਾ ਥੋੜ੍ਹਾ ਬਸੰਤੀ ਜਾਂ ਸੁਰਮਈ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜਿਵੇਂ ਚਿੱਟਾ ਵਸਤਰ ਹੈ, ਅਤੇ ਇਹ ਵੇਸ਼ ਧਾਰਨ ਕਰਨ ਦਾ ਮਤਲਬ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਪਾਂ ਨੂੰ ਆਪਣੇ ਚੀਨਣ 'ਚ ਪਾਇਆ, ਕਹਿੰਦੇ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਕਹਿੰਦੇ ਇਕੱਲਾ ਮੈਂ ਕਾਲਾ ਵੇਸ਼ ਨਹੀਂ ਪਹਿਨਿਆ, ਕਾਲਾ ਵੇਸ਼ ਤਾਂ ਪਹਿਨਿਆ ਕਿ ਅਜੇ ਅੰਦਰੋਂ ਵੀ ਉਵੇਂ ਦਾ ਹਾਂ। ਅਸੀਂ ਚਿੱਟਾ ਵਸਤਰ ਧਾਰਨ ਕਰ ਲਿਆ, ਕੋਈ ਇਤਰਾਜ਼ ਨਹੀਂ ਹੈ, ਪਰ ਸਾਡਾ ਅੰਦਰ ਵੀ ਸ਼ਵੱਛ ਹੋ ਜਾਵੇ। ਜਿਵੇਂ ਚਿੱਟੇ ਵਸਤੇ ਪਿਆ ਹੋਇਆ ਦਾਗ ਝੱਟ ਮੈਂ ਪਤਾ ਲੱਗ ਜਾਂਦਾ ਹੈ, ਇੰਝ ਹੀ ਸਾਡਾ ਮਨ ਬੁੱਧ ਚਿੱਤ ਸੁਰਤ ਇੰਨਾ ਸਾਧਿਆ ਹੋਵੇ ਕਿ ਜਦੋਂ ਵਿਕਾਰਾਂ ਦਾ ਜਾਂ ਮਾਇਆ ਦੀ ਭਟਕਣ ਦਾ ਕੋਈ ਕਿਣਕਾ ਵੀ ਡਿੱਗੇ ਤਾਂ ਸਾਨੂੰ ਝੱਟ ਸਾਡੀ ਸ਼੍ਰੇਸ਼ਟ ਬੁੱਧ ਦੇ ਨਾਲ ਪਤਾ ਲੱਗ ਜੇ। ਬਾਬਾ ਫਰੀਦ ਸਾਹਿਬ ਜੀ ਆਖਦੇ, ਗਈ ਕਥੂਰੀ ਗੰਧ, ਜਿਹੜੇ ਬਾਹਰੀ ਕਰਮ ਕਾਂਡ ਹਨ ਉਹ ਉੱਚੇ ਅਧਿਆਤਮਿਕ ਜੀਵਨ ਨੂੰ ਘੜਨ ਵਿੱਚ ਨਹੀਂ ਸਹਾਇਕ ਹੁੰਦੇ, ਅਤੇ ਇਹਨਾਂ ਦੇ ਤਲ 'ਤੇ ਰਹਿਣ ਵਾਲਾ ਬੰਦਾ ਕਦੇ ਸ਼ੁਭ ਗੁਣਾਂ ਦੀ ਮਹਿਕ ਵਾਲਾ ਨਹੀਂ ਬਣਦਾ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ 4 ਸਲੋਕਾਂ ਦੁਆਰਾ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਲੜੀਵਾਰ ਵਿਆਖਿਆ ਦੀ ਸਾਂਝ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।